ਜਦੋਂ ਆਪਾਂ ਬੰਗਾਲ ਦੇ ਚੋਣ ਨਤੀਜਿਆਂ ਦੀ ਗੱਲ ਕਰਦੇ ਹਾਂ ਤਾਂ ਮਮਤਾ ਨੇ ਜਿੱਤੋਂ ਬਾਅਦ ਜਿਹੜਾ ਪਹਿਲਾ ਫਿਕਰਾ ਬੋਲਿਆ ਉਹਨੇ ਕਿਹਾ ਕਿ ਬੰਗਾਲ ਨੇ ਦੇਸ਼ ਨੂੰ ਬਚਾ ਲਿਆ। ਇਸ ਕਰਕੇ ਪਾ ਲਾ ਕੇ ਬੀਜੇਪੀ ਦੇ ਸਾਹਮਣੇ ਇੱਕੋ ਹੀ ਟਾਰਗੇਟ ਸੀ, ਬੰਗਾਲ ਹੰਨੇ ਜਾਂ ਮੰਨੇ। ਇਸ ਕਰਕੇ ਬੰਗਾਲ ਨੂੰ ਇਹਨਾਂ ਨੇ ਬੈਟਲ ਫੀਲਡ ਬਣਾ ਲਿਆ ਕਿ ਜੇ ਇੱਥੇ ਕਾਮਯਾਬ ਹੋ ਜਾਂਦੇ ਆ ਤਾਂ ਅਸੀਂ ਪਾਰਟੀ ਦਾ ਨਾਂ ਰੱਖ ਲਾਂਗੇ। ਕੋਵਿਡ ਦੇ ਸਾਰੀਆਂ ਗਾਈਡਲਾਈਨਸ ਦੀਆਂ ਧੱਜੀਆਂ, ਪ੍ਰਧਾਨ ਮੰਤਰੀ ਦੀਆਂ ਰੈਲੀਆਂ ਜੋ ਡਾਈਆਂ ਗਈਆਂ ਔਰ ਪ੍ਰਧਾਨ ਮੰਤਰੀ ਜੀ ਖੁਦ ਉੱਥੇ ਕੈਂਪੇਨ ਕਰਦੇ ਰਹੇ ਅਖੀਰ ਤੱਕ, ਇਹ ਸਾਰਿਆਂ ਦੇ ਸਾਹਮਣੇ ਆ। ਉਹਨਾਂ ਕਿ ਮਮਤਾ ਬੈਨਰਜੀ ਨੇ ਜਿਹੜੀ ਉੱਥੇ ਕਿੱਕ ਮਾਰੀ ਹੈ, ਖੇਤਰੀ ਪਾਰਟੀਆਂ ਦੇ ਲਈ ਇੱਕ ਰਾਹ ਖੋਲ੍ਹਤਾ ਔਰ ਜਿਹੜੀ ਕੌਮੀ ਪੱਧਰ ਤੇ ਨਰਿੰਦਰ ਮੋਦੀ ਦੀ ਜਾਂ ਭਾਜਪਾ ਦੀ ਜਿਹੜੀ ਨੀਤੀ ਸੀ ਉਸ ਨੂੰ ਠੱਲ ਪਈ ਹੈ। ਬੰਗਾਲ ਦੇ ਵਿੱਚ ਅਸੀਂ ਤਿੰਨ ਸੀਗੇ, ਤਿੰਨ ਤੋਂ 6 ਨਹੀਂ ਹੋਏ, 3 ਤੋਂ 30 ਵੀ ਨਹੀਂ ਹੋਏ, 3 ਤੋਂ 60 ਵੀ ਨਹੀਂ ਹੋਏ, 3 ਤੋਂ 76 ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ, ਨਰਿੰਦਰ ਮੋਦੀ ਜੀ ਵੀ ਅਮਿਤ ਸ਼ਾਹ ਵੀ ਜਾਣਗੇ, ਨੱਡਾ ਜੀ ਹੈ, ਨੱਡਾ ਜੀ ਜਾਣਗੇ, ਸਟੇਟਾਂ ਦੇ ਸਾਡੇ ਕੋਲ ਚੀਫ ਮਿਨਿਸਟਰ ਹੈ ਉਹ ਵੀ ਜਾਣਗੇ। ਭਾਈ ਜੋ ਸਾਡੇ ਕੋਲ ਉਹਨੂੰ ਘਰ ਬਿਠਾਣਾ ਸੀ। ਉਹ ਕਹਿੰਦੇ ਪਾਰਲੀਮੈਂਟ ਦੇ ਜਦੋਂ ਨਤੀਜੇ ਆਏ ਸੀ ਤਾਂ 120 ਜਾਂ 21 ਵਿਧਾਨ ਸਭਾ ਸੀ ਬੰਗਾਲ ਦੀਆਂ ਜਿਹੜੀਆਂ ਭਾਜਪਾ ਦੇ ਵੱਲ ਜਿਹੜੀਆਂ ਬਹੁਮਤ ਦਿਖਾ ਰਹੀਆਂ ਸੀ ਤੇ ਜਿਹਦੇ ਕਰਕੇ ਭਾਜਪਾ ਏਡੇ ਵੱਡੇ ਉਤਸ਼ਾਹ ਚ ਆਈ। ਤੇ ਕੌਣ ਮੈਜੋਰਟੀ ਲੈ ਗਿਆ ਉਸ ਵੇਲੇ? ਤਾਂ ਵਾਸਟ ਮੈਜੋਰਟੀ ਅਸੀਂ ਸਾਰੀਆਂ ਅਸੈਂਬਲੀ ਸੀਟਾਂ 'ਚ 10 12 15 ਛੱਡ ਕੇ ਸਾਰਿਆਂ 'ਚ ਲੀਡ ਕੀਤਾ ਸੀ। ਔਰ ਉਸ ਤੋਂ ਬਾਅਦ ਤਾਂ ਅਸੀਂ ਸਾਡੀਆਂ ਸੀਟਾਂ 10 ਵੀ ਨਹੀਂ ਪਹੁੰਚੀਆਂ। ਉਹਨਾਂ ਦੇ ਬੰਦੇ ਪੱਟ ਕੇ ਤੁਸੀਂ ਆਪਣੇ ਲੈ ਕੇ ਤੇ ਖਰੀਦ ਕੇ ਤੇ ਆਪਣੇ ਵੱਲ ਖੜੇ ਕਰ ਲਏ। ਰਾਜਨੀਤੀ ਹੈ ਇਹ, ਰਾਜਨੀਤੀ ਨਹੀਂ ਹੈ ਇਹ, ਸ਼ਰੇਆਮ ਗੁੰਡਾਗਰਦੀ ਹੈ। ਇਹ ਬੰਦ ਕਰਨੀ ਚਾਹੀਦੀ ਬੀਜੇਪੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਜਿਹੜੇ ਚੋਣਾਂ ਦੇ ਨਤੀਜੇ ਸਾਹਮਣੇ ਆਏ ਹੈ, ਉਹਨਾਂ ਮੁਤਾਬਕ ਦੇਸ਼ ਦੇ ਲੋਕਾਂ ਦੀਆਂ ਸਭ ਤੋਂ ਵੱਡੀਆਂ ਨਜ਼ਰਾਂ ਬੰਗਾਲ ਦੇ ਚੋਣ ਨਤੀਜਿਆਂ ਤੇ ਲੱਗੀਆਂ ਹੋਈਆਂ ਸਨ। ਹੋਵੇ ਵੀ ਕਿਉਂ ਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਪ੍ਰਧਾਨ, ਭਾਜਪਾ ਰਾਜਾਂ ਦੇ ਜੁੜੇ ਹੋਏ ਮੁੱਖ ਮੰਤਰੀ ਤੇ ਬਹੁਤ ਸਾਰੇ ਨੇਤਾ, ਉਹਨਾਂ ਨੇ ਪੂਰੇ ਦਮ ਤੇ ਪੂਰੇ ਜ਼ੋਰ ਦੇ ਨਾਲ ਬੰਗਾਲ ਦੇ ਵਿੱਚ ਲੜਾਈ ਲੜੀ ਤੇ ਦਾਅਵੇ ਵੀ ਕੀਤੇ। ਪਰ ਮਮਤਾ ਬੈਨਰਜੀ ਨੇ 292 ਦੀ ਜਿਹੜੀ ਵਿਧਾਨ ਸਭਾ ਹੈ ਉਹਦੇ 'ਚ ਸ਼ਾਨਦਾਰ ਜਿੱਤ ਹਾਸਲ ਕਰਕੇ ਜਿੱਤ ਬਾਅਦ ਜਿਹੜਾ ਪਹਿਲੇ ਹੀ ਫਿਕਰ ਇਹ ਕਿਹਾ ਕਿ ਬੰਗਾਲ ਨੇ ਦੇਸ਼ ਬਚਾ ਲਿਆ। ਦਿੱਲੀ ਦੀਆਂ ਹੱਦਾਂ ਦੇ ਜਿਹੜੇ ਬੈਠੇ ਕਿਸਾਨ ਹੈ ਉਹਨਾਂ ਨੇ ਬੰਗਾਲ ਦੀ ਜਿੱਤ ਤੇ ਵੀ ਖੁਸ਼ੀ ਮਨਾਈ ਹੈ। ਪਰ ਜੇ ਆਪਾਂ ਸਮੁੱਚੇ ਤੌਰ ਤੇ ਨਤੀਜਿਆਂ ਤੇ ਨਜ਼ਰ ਮਾਰੀਏ, ਚਾਹੇ ਬੰਗਾਲ ਦੀ ਗੱਲ ਕਰ ਲਈਏ, ਅਸਾਮ ਦੀ ਗੱਲ ਕਰ ਲਈਏ ਜਾਂ ਕੇਰਲਾ ਦੀ ਗੱਲ ਕਰ ਲਈਏ, ਸੱਤਾ 'ਚ ਬੈਠੀਆਂ ਧਿਰਾਂ ਨੂੰ ਲੋਕਾਂ ਨੇ ਮੁੜ ਕੇ ਫਤਵਾ ਦਿੱਤਾ ਉਹਨਾਂ ਦੀ ਪਰਫਾਰਮੈਂਸ ਦੇ ਮੁਤਾਬਕ। ਜਦੋਂ ਤੱਕ ਸਵਾਲ ਹੈ ਤਾਮਿਲਨਾਡੂ ਦਾ 10 ਸਾਲਾਂ ਬਾਅਦ ਡੀਐਮਕੇ ਵਾਪਸ ਆਈ ਹੈ, ਪੁਡੂਚੇਰੀ ਦੇ ਵਿੱਚ ਵੀ ਜਿਹੜੀ ਸੱਤਾ ਦਾ ਪਰਿਵਰਤਨ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਜਿਹੜੇ ਸਾਡੇ ਖਾਸ ਕਦਾਵਰ ਮਹਿਮਾਨ ਇਸ ਵੇਲੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਚੈਨਲ ਤੇ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਫੈਸਰ ਰਜਿੰਦਰ ਭੰਡਾਰੀ ਨੇ, ਭਾਜਪਾ ਦੇ ਸਾਬਕਾ ਪ੍ਰਧਾਨ ਤੇ ਬੁਲਾਰੇ ਨੇ, ਪਵਨ ਕੁਮਾਰ ਟੀਨੂ ਜੀ, ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਨੇਤਾ ਤੇ ਵਿਧਾਇਕ ਨੇ, ਪ੍ਰੋਫੈਸਰ ਮਨਜੀਤ ਸਿੰਘ, ਰਾਜਸੀ ਵਿਸ਼ਲੇਸ਼ਕ। ਤਿੰਨੇ ਮਹਿਮਾਨਾਂ ਨੂੰ ਕੌਮੀ ਪੱਧਰ ਤੇ ਜੋ ਨਤੀਜੇ ਆਏ ਆ, ਕੀ ਹੈ ਨਜ਼ਰੀਆ, ਇਹਨਾਂ ਮੁੱਦਿਆਂ ਤੇ ਉਹਨਾਂ ਨਾਲ ਕਰਾਂਗੇ ਗੱਲ। ਤੁਹਾਡੇ ਸਾਰਿਆਂ ਵੱਲੋਂ ਸਵਾਗਤ, ਜੀ ਆਇਆਂ ਨੂੰ। ਪ੍ਰੋਫੈਸਰ ਮਨਜੀਤ ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਦੋਂ ਆਪਾਂ ਬੰਗਾਲ ਦੇ ਚੋਣ ਨਤੀਜਿਆਂ ਦੀ ਗੱਲ ਕਰਦੇ ਹਾਂ ਤਾਂ ਮਮਤਾ ਨੇ ਜਿੱਤੋਂ ਬਾਅਦ ਜਿਹੜਾ ਪਹਿਲਾ ਫਿਕਰਾ ਬੋਲਿਆ ਉਹਨੇ ਕਿਹਾ ਕਿ ਬੰਗਾਲ ਨੇ ਦੇਸ਼ ਨੂੰ ਬਚਾ ਲਿਆ। ਕੀ ਜਿਹੜੇ ਬੰਗਾਲ ਇਹ ਕੌਮੀ ਪੱਧਰ ਤੇ ਕੋਈ ਰਾਜਨੀਤਿਕ ਦਿਸ਼ਾ ਤੈਅ ਕਰਨ ਦੇ ਸੰਕੇਤ ਦੇ ਰਿਹਾ ਹੈ? ਪ੍ਰੋਫੈਸਰ ਮਨਜੀਤ ਸਿੰਘ ਜੀ। ਦੇਖੋ, ਵੈਸਟ ਬੰਗਾਲ ਦੀਆਂ ਚੋਣਾਂ ਇਸ ਕਰਕੇ ਸਭ ਤੋਂ ਅਹਿਮ ਹੋ ਨਿਬੜੀਆਂ ਕਿਉਂਕਿ ਤਾਮਿਲਨਾਡੂ 'ਚੋਂ ਬੀਜੇਪੀ ਨੂੰ ਪਤਾ ਚੱਲ ਗਿਆ ਸੀ ਕਿ ਉੱਥੇ ਇਹਨਾਂ ਦਾ ਦਾ ਨਹੀਂ ਲੱਗਣਾ। ਉੱਥੇ ਆਲਰੇਡੀ ਮੇਰਾ ਖਿਆਲ 38 ਕਿ ਕਿੰਨੀਆਂ ਜਾਂ 39 ਲੋਕ ਸਭਾ ਦੀਆਂ ਸੀਟਾਂ ਆ, ਜਿਹਦੇ 'ਚੋਂ ਇੱਕ ਨੂੰ ਛੱਡ ਕੇ ਬਾਕੀ ਡੀਐਮਕੇ ਲੈ ਗਈ ਸੀ ਜਾਂ ਡੀਐਮਕੇ ਦਾ ਫਰੰਟ ਲੈ ਗਿਆ ਸੀ। ਇਸ ਕਰਕੇ ਉੱਥੇ ਦਾ ਇਹਨਾਂ ਨੂੰ ਅੰਦਾਜ਼ਾ ਲੱਗ ਗਿਆ ਕਿ ਉੱਥੇ ਦਾ ਮੂਡ ਜਿਹੜਾ 2019 'ਚ ਹੀ ਸੈੱਟ ਹੈਗਾ ਤੇ ਉਹ ਸਟਾਲਨ ਨੇ ਆਪਣੀ ਕਾਮਯਾਬੀ ਕਰਕੇ ਦੱਸ ਵੀ ਦਿੱਤਾ। ਇਸੇ ਤਰੀਕੇ ਨਾਲ ਇਹਨਾਂ ਨੂੰ ਇਸ ਗੱਲ ਦਾ ਵੀ ਅੰਦਾਜ਼ਾ ਹੋ ਗਿਆ ਸੀ ਕਿ ਕੇਰਲਾ ਦੇ ਵਿੱਚ ਇਹਨਾਂ ਦਾ ਦਾ ਨਹੀਂ ਲੱਗ ਸਕਦਾ।
ਹੁਣ ਇਹ ਭੰਡਾਰੀ ਜੀ ਜਾਂ ਇਹਨਾਂ ਦੀ ਪਾਰਟੀ 2 ਸਟੇਟਾਂ ਦਾ ਨਾਂ ਲੈਂਦੀ ਆ। ਹੁਣ 2 ਸਟੇਟਾਂ ਦਾ ਮੇਰੇ ਖਿਆਲ ਅਸਾਮ ਦੀਆਂ 144 MLA ਦੀਆਂ ਸੀਟਾਂ ਆ। ਇਸੇ ਤਰੀਕੇ ਨਾਲ ਛੋਟੀ ਜੀ ਪੁਡੂਚੇਰੀ ਯੂਨੀਅਨ ਟੈਰੀਟਰੀ ਹੁੰਦੀ ਸੀਗੀ, ਹੁਣ ਉਹਨੂੰ ਸਟੇਟ ਬਣਾਤਾ। ਕੁੱਲ ਮਿਲਾ ਕੇ ਉਹ ਦੋਵਾਂ ਨੂੰ ਵੀ ਜੇ ਤੁਸੀਂ ਸਟੇਟਾਂ ਦੀਆਂ ਸੀਟਾਂ ਨੂੰ ਜੋੜ ਲਓ ਤੇ ਉਹ ਮੇਰਾ ਖਿਆਲ ਆ ਕਿ ਬੰਗਾਲ ਦੇ ਅੱਧ ਤੋਂ ਥੋੜੀਆਂ ਉੱਪਰ ਹੁੰਦੀਆਂ। ਇਸ ਕਰਕੇ ਉਹ 2 ਸਟੇਟਾਂ ਜ਼ਰੂਰ ਹੈਗੀਆਂ ਅਲੱਗ-ਅਲੱਗ, ਉਹਨਾਂ ਦੀਆਂ ਜੇ ਪਾਰਲੀਮੈਂਟਰੀ ਟੋਟਲ ਸੀਟਾਂ ਜੋੜੋ ਤੇ ਬਹੁਤ ਬੰਗਾਲ ਇੱਕ ਆਪਣੇ ਆਪ 'ਚ 42 ਪਾਰਲੀਮੈਂਟਰੀ ਸੀਟਾਂ ਵਾਲੀ ਵੱਡੀ ਸਟੇਟ ਆ। ਤੇ ਇਹਦੇ ਪ੍ਰੋਫੈਸਰ ਮੈਂ 'ਚ ਤੁਹਾਨੂੰ ਵੀ ਜ਼ਿਆਦਾ ਪ੍ਰੋਫੈਸਰ ਮੈਂ ਵਿੱਚੋਂ ਟੋਕ ਰਿਹਾ ਅੰਕੜਿਆਂ ਦਾ ਨਹੀਂ ਕਿ ਅੰਕੜਿਆਂ ਮੁਤਾਬਕ ਸੀਟਾਂ ਬੰਗਾਲ ਦੀਆਂ ਵੱਧ ਹੈ। ਸਵਾਲ ਹੈ ਕਿ ਜੋ ਰਾਜਸੀ ਪੱਧਰ ਤੇ ਬੰਗਾਲ 'ਚ ਘਮਸਾਨ ਮਚਿਆ ਉਸ ਕਰਕੇ ਵੀ ਜਿਹੜਾ ਨਜ਼ਰਾਂ ਬੰਗਾਲ ਤੇ ਟਿਕੀਆਂ, ਚਰਚਾ ਇਸੇ ਕਰਕੇ ਬੰਗਾਲ ਮੈਂ ਤੇ ਕਿਹਾ ਹੋ ਮੈਂ ਰਹੀ ਹੈ। ਉੱਥੇ ਹੀ ਪਹੁੰਚ ਰਿਹਾ ਜੀ। ਇਸ ਕਰਕੇ ਜੀ ਪਾ ਲਾ ਕੇ ਬੀਜੇਪੀ ਦੇ ਸਾਹਮਣੇ ਇੱਕੋ ਹੀ ਟਾਰਗੇਟ ਸੀ, ਬੰਗਾਲ ਹੰਨੇ ਜਾਂ ਬੰਨੇ। ਇਸ ਕਰਕੇ ਬੰਗਾਲ ਨੂੰ ਇਹਨਾਂ ਨੇ ਬੈਟਲਫੀਲਡ ਬਣਾ ਲਿਆ ਕਿ ਜੇ ਇੱਥੇ ਕਾਮਯਾਬ ਹੋ ਜਾਂਦੇ ਆ ਤਾਂ ਅਸੀਂ ਪਾਰਟੀ ਦਾ ਨਾਂ ਰੱਖ ਲਾਂਗੇ। ਇਸ ਲਈ ਉਹ ਬਹੁਤ ਵੱਡੀ ਜਾਨੀ ਨੱਕ ਦਾ ਮਸਲਾ ਬਣ ਗਿਆ ਪਾਰਟੀ ਲਈ। ਇਹੀ ਕਾਰਨ ਆ ਕਿ 24 ਰੈਲੀਆਂ ਤੇ ਪ੍ਰਧਾਨ ਮੰਤਰੀ ਜੀ ਕਰਕੇ ਆਏ। ਕੋਵਿਡ ਦੇ ਪੇਸ਼ੈਂਟਸ ਨੂੰ ਜਾਂ ਕੋਵਿਡ ਦੀ ਮਹਾਮਾਰੀ ਨੂੰ ਧਿਆਨ ਦੇਣ ਦੀ ਜਗ੍ਹਾ ਉੱਥੇ ਚੋਣਾਂ ਕਿਵੇਂ ਜਿੱਤਣੀਆਂ ਉੱਧਰ ਸਾਰਾ ਧਿਆਨ ਦਿੱਤਾ ਹੋਇਆ ਸੀਗਾ। ਔਰ ਜਿਵੇਂ ਉੱਥੇ ਕੋਵਿਡ ਦੇ ਸਾਰੀਆਂ ਗਾਈਡਲਾਈਨਸ ਦੀਆਂ ਧੱਜੀਆਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ 'ਚ ਉਡਾਈਆਂ ਗਈਆਂ ਔਰ ਪ੍ਰਧਾਨ ਮੰਤਰੀ ਜੀ ਖੁਦ ਉੱਥੇ ਕੈਂਪੇਨ ਕਰਦੇ ਰਹੇ ਅਖੀਰ ਤੱਕ, ਇਹ ਸਾਰਿਆਂ ਦੇ ਸਾਹਮਣੇ ਆ। 27 ਰੈਲੀਆਂ ਜਿਹੜੀਆਂ ਆ ਉਹ ਅਮਿਤ ਸ਼ਾਹ ਨੇ ਕੀਤੀਆਂ, ਜਾਨੀ ਕੁੱਲ ਮਿਲਾ ਕੇ 51 ਰੈਲੀਆਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਨੇ ਕੀਤੀਆਂ, ਜਿਹੜੇ ਬੰਗਾਲ ਦਾ ਕੋਨਾ-ਕੋਨਾ ਛਾਣ ਮਾਰਿਆ। ਇਹ ਐਵੇਂ ਗੱਲ ਦੀ ਨਹੀਂ ਸੀਗੀ। ਔਰ 8 ਫੇਜ਼ ਵਿੱਚ ਉੱਥੇ ਜਿਹੜੀਆਂ ਤੁਸੀਂ ਚੋਣਾਂ ਕਰਾਈਆਂ, ਕਿਉਂ ਵੀ 8 ਫੇਜ਼ 'ਚ ਕਿਉਂ ਕਰਾਈਆਂ? 2 'ਚ ਕਿਉਂ ਨਹੀਂ ਕਰਾਤੀਆਂ? 3 'ਚ ਕਿਉਂ ਨਹੀਂ ਵੱਧ ਤੋਂ ਵੱਧ ਤੁਸੀਂ ਕਰਵਾਤੀਆਂ? ਮਮਤਾ ਬੈਨਰਜੀ ਪਿੱਟ ਦੀ ਮਰ ਗਈ ਕਿ ਤੁਸੀਂ ਹੁਣ ਕਰੋਨਾ ਦਾ ਬੜਾ ਮਹਾਮਾਰੀ ਫੈਲ ਗਈ ਹੈ, ਤੁਸੀਂ ਇਹਨੂੰ ਲਾਸਟ 2-3 ਜਿਹੜੀਆਂ ਉਹ ਛੇਤੀ ਕਰਾ ਦਿਓ। ਪ੍ਰੋਫੈਸਰ ਮੇਰੀ ਬੇਨਤੀ, ਪ੍ਰੋਫੈਸਰ ਮੇਰੀ ਬੇਨਤੀ ਹੈ, ਬੜੀ ਸਿਮਰ ਬੇਨਤੀ ਹੈ। ਕੋਰੋਨਾ ਦਾ ਕੌਮੀ ਪੱਧਰ ਤੇ ਬਿਨਾਂ ਸ਼ੱਕ ਬਹੁਤ ਵੱਡਾ ਮੁੱਦਾ ਹੈ, ਇਹਦੇ ਤੇ ਚਰਚਾ ਕਰਨਾ ਵੀ ਤੁਹਾਡਾ ਹੱਕ ਹੈ, ਅਧਿਕਾਰ ਹੈ, ਕਰ ਰਹੇ ਹੋ। ਪਰ ਮੇਰਾ ਜਿਹੜਾ ਸਵਾਲ ਅੱਜ ਮੇਰੀ ਬੇਨਤੀ ਹੈ ਕਿ ਸਾਡੀ ਬਹਿਸ ਸਾਰੀ ਕੋਰੋਨਾ ਵੱਲ ਨਾ ਚਲੀ ਜਾਵੇ। ਮੈਂ ਪੋਲੀਟੀਕਲ ਐਂਗਲ ਤੋਂ ਸਵਾਲ ਲਿਆ ਪ੍ਰੋਫੈਸਰ ਤੁਹਾਡੇ ਲਈ। ਸਰ ਮੈਂ ਉਨੀ ਗੱਲ ਉੱਥੇ ਹੀ ਕਹਿ ਰਿਹਾ। ਮੈਂ ਇਹ ਕਹਿਣਾ ਕਿ ਇੰਨਾ ਵੱਡਾ ਪ੍ਰੈਸਟੀਜ ਇਸ਼ੂ ਬਣਾਇਆ, ਮੈਂ ਉਹਦੀ ਸਿਗਨੀਫੀਕੈਂਸ ਦੱਸ ਰਿਹਾ। ਕਿਉਂ ਇਹਨਾਂ ਨੇ ਉਹਨੂੰ ਐਡਾ ਵੱਡਾ ਪ੍ਰੈਸਟੀਜ ਇਸ਼ੂ ਬਣਾਇਆ? ਕਿਉਂਕਿ ਬੰਗਾਲ ਤੋਂ ਇਹਨਾਂ ਨੂੰ ਸੀ ਕਿ ਅਸੀਂ ਪੋਲਰਾਈਜ਼ ਕਰਕੇ ਪੂਰੇ ਦੇਸ਼ ਦੀ ਲੀਡਰਸ਼ਿਪ ਉੱਥੇ ਪਹੁੰਚ ਗਈ, ਪੂਰੀ ਸੈਂਟਰਲ ਗਵਰਨਮੈਂਟ ਦਾ ਜ਼ੋਰ ਲਾਤਾ ਮਮਤਾ ਨੂੰ ਜੜੋਂ ਉਖਾੜਨ ਦੀ। ਉਹਦੇ ਬਾਵਜੂਦ ਵੀ ਮਮਤਾ ਨੇ ਫੁੰਕਾਰ ਮਾਰੀ, ਕਹਿੰਦੀ ਖੇਲਾ ਹੋਵੇ, ਔਰ ਮਾਰਿਆ ਫੁੱਟਬਾਲ। ਉਹ ਮੋਦੀ ਜੀ ਦੇ ਲੱਗਾ ਜਿਵੇਂ ਉਹ ਕਾਰਟੂਨ ਜਿਹਾ ਦਿਖਾ ਰਿਹਾ, ਮੋਦੀ ਜੀ ਡਿੱਗ ਪਏ। ਇਸ ਲਈ ਉਹਨੇ ਖੇਲਾ ਕਰਕੇ ਖੇਲਾ ਜਿੱਤ ਕੇ ਦਿਖਾਇਆ। ਔਰ ਜਿਹੜੀ ਇਹਨਾਂ ਦੀ ਹੈਂਕੜ ਸੀ ਬੀਜੇਪੀ ਦੀ ਕਿ ਅਸੀਂ 200 ਅੰਕੜੇ ਪਾਰ ਕਰ ਲਏ, ਉਹ ਉੱਥੇ ਰਹਿ ਗਈ। ਹੁਣ ਸਵਾਲ ਇਹ ਹੈ ਕਿ ਇਹਦਾ ਰੈਪਰਕਸ਼ਨ ਕੀ ਹੈ, ਇਹਦਾ ਮੈਸੇਜ ਕੀ ਹੈ? ਮੈਸੇਜ ਬੜਾ ਸਾਫ਼ ਹੈ ਜਿਹੜਾ ਮਮਤਾ ਨੇ ਕਹਿ ਦਿੱਤਾ। ਮੈਸੇਜ ਇਹੀ ਹੈ ਕਿ ਇਹ ਇੱਥੋਂ ਦੇਸ਼ ਨੂੰ ਇੱਕ ਨਵਾਂ ਮੈਸੇਜ ਦੇਣਾ ਚਾਹੁੰਦੇ ਸੀ ਕਿ ਬੀਜੇਪੀ ਨੂੰ ਕੋਈ ਹਰਾ ਨਹੀਂ ਸਕਦਾ ਔਰ ਮੋਦੀ ਵਰਗਾ ਵੱਡਾ, ਮੋਦੀ ਹੈ ਤਾਂ ਮੁਮਕਿਨ ਹੈ। ਤੇ ਲੋਕਾਂ ਨੇ ਦੱਸਤਾ ਕਿ ਮੋਦੀ ਹੈ ਤੇ ਹਮੇਸ਼ਾ ਮੁਮਕਿਨ ਨਹੀਂ ਹੈ, ਇਹ ਨਾਮੁਮਕਿਨ ਵੀ ਹੈ, ਕੋਈ ਔਰ ਲੋਕ ਵੀ। ਇਸ ਕਰਕੇ ਜਿਹੜਾ ਮੈਸੇਜ ਦਿੱਤਾ ਆ ਸਾਫ਼-ਸਾਫ਼ ਮਮਤਾ ਬੈਨਰਜੀ ਨੇ, ਉਹ ਬੜਾ ਸਾਫ਼ ਹੈਗਾ ਕਿ ਦੇਸ਼ ਨੂੰ ਇਸ ਵੇਲੇ ਰੀਜਨਲ ਸਟਰੋਂਗ ਪਾਰਟੀਆਂ ਦੀ ਲੋੜ ਹੈਗੀ ਹੈ। ਜੇ ਤੁਸੀਂ ਮੋਦੀ ਲਹਿਰ ਨੂੰ ਠੱਲ ਪਾਉਣੀ ਆ, ਮੈਂ ਰਾਹ ਤੁਹਾਨੂੰ ਵਿਖਾਤਾ ਜੇ, ਆਪਣੀ ਸ਼ਕਤੀ ਵੀ ਵਿਖਾਤੀ ਆ। ਹੁਣ ਬਾਕੀ ਦੀਆਂ ਦੀ ਮਰਜ਼ੀ ਆ, ਜਿੰਨੀਆਂ ਵੀ ਰੀਜਨਲ ਪਾਰਟੀਆਂ, ਟੀਨੂ ਜੀ ਵੀ ਓਕੇ ਥੈਂਕ ਯੂ ਜੀ, ਥੈਂਕ ਯੂ ਪ੍ਰੋਫੈਸਰ। ਫਿਰ ਆਵਾਂਗੇ ਇਸ ਮੁੱਦੇ ਤੇ। ਪ੍ਰੋਫੈਸਰ ਭੰਡਾਰੀ, ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਦਾ ਜਿਹੜਾ ਜਵਾਬ ਤਾਂ ਸੁਣਿਆ ਹੀ ਸੁਣਿਆ। ਉਹਨਾਂ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਜਿਹੜੀ ਉੱਥੇ ਕਿੱਕ ਮਾਰੀ ਹੈ, ਖੇਤਰੀ ਪਾਰਟੀਆਂ ਦੇ ਲਈ ਇੱਕ ਰਾਹ ਖੋਲਤਾ ਔਰ ਜਿਹੜੀ ਕੌਮੀ ਪੱਧਰ ਤੇ ਨਰਿੰਦਰ ਮੋਦੀ ਦੀ ਜਾਂ ਭਾਜਪਾ ਦੀ ਜਿਹੜੀ ਨੀਤੀ ਸੀ ਉਸ ਨੂੰ ਠੱਲ ਪਈ ਹੈ। ਜੀ ਪ੍ਰੋਫੈਸਰ ਭੰਡਾਰੀ। ਦੇਖੋ ਏਦਾਂ ਹੈ ਕਿ ਉਹਨਾਂ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ ਔਰ ਐਨਾਲਿਸਿਸ ਕਰਨ ਦਾ। ਮੈਂ ਉਹਨਾਂ ਦੇ ਅਧਿਕਾਰ ਦੀ ਆਦਰ ਕਰਦਾ, ਉਹਦਾ ਅਧਿਕਾਰ ਨਹੀਂ ਮੈਂ ਛਿਨ ਸਕਦਾ। ਮੈਨੂੰ ਬੜਾ ਹਾਸਪ੍ਰਦ ਲੱਗਿਆ ਕਿ ਜਦ ਇਹਨਾਂ ਨੇ 5 ਸਟੇਟਾਂ ਨੂੰ ਮਿਲਾ ਕੇ ਤਾਂ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਥੇ ਏਦਾਂ ਇੱਥੇ ਏਦਾਂ। ਓਕੇ ਮੈਂ ਇਹਨਾਂ ਨਾਲ ਸਹਿਮਤ ਹਾਂ, 1 ਮਿੰਟ ਵਾਸਤੇ ਸਹਿਮਤ ਹਾਂ। ਬੀਜੇਪੀ ਪਿਛਲੇ ਇਲੈਕਸ਼ਨ ਨਾਲੋਂ
ਅਸੈਂਬਲੀਆਂ ਦੇ। ਹੁਣ ਦੇ ਅਸੈਂਬਲੀਆਂ ਦੇ ਇਲੈਕਸ਼ਨਾਂ 'ਚ ਵਧੀਆ ਘਟੀ ਮਨਜੀਤ ਸਿੰਘ ਜੀ, ਵਧੀਆ ਪਿਛਲੇ ਘਟੀ ਪਾਰਲੀਮੈਂਟ number of ਨਾਲੋਂ seats। 3% ਥੱਲੇ ਚਲੇ ਗਈ ਆ ਜੀ। ਅਰੇ ਯਾਰ ਪਾਰਲੀਮੈਂਟ ਵੇਲੇ ਪਾਰਲੀਮੈਂਟ ਦੀ ਗੱਲ ਕਰਾਂਗੇ। ਪਾਰਲੀਮੈਂਟ ਦੇ ਵਿੱਚ ਦਿੱਲੀ 'ਚ ਅਸੀਂ 70 ਸੀਟਾਂ ਜਿੱਤਦੇ ਹਾਂ ਔਰ 2 ਵਾਰੀ ਅਸੀਂ ਸਟੇਟ ਇਲੈਕਸ਼ਨਾਂ 'ਚ ਹਰੇ। ਗੱਲਾਂ ਮਿਜ਼ਰੇਬਲੀ ਹਰੇ, ਉਹਦਾ ਕੀ ਕੰਪੈਰੀਜ਼ਨ ਯਾਰ। ਫੁੱਟਬਾਲ ਦਾ ਕ੍ਰਿਕਟ ਨਾਲ ਕੰਪੈਰੀਜ਼ਨ ਕਰੀ ਜਾਂਦੇ, ਕਬੱਡੀ ਦਾ ਤੁਸੀਂ ਜਿਹੜੇ ਸਕੈਸ਼ ਨਾਲ ਕੰਪੈਰੀਜ਼ਨ ਕਰੀ ਜਾਂਦੇ, ਇਹ ਕਿੱਦਾਂ ਪੋਸੀਬਲ? ਐਵੇਂ ਦੇਖੋ, ਬੰਗਾਲ ਦੇ ਵਿੱਚ ਅਸੀਂ 3 ਸੀਗੇ, 3 ਤੋਂ 6 ਨਹੀਂ ਹੋਏ, 3 ਤੋਂ 30 ਵੀ ਨਹੀਂ ਹੋਏ, 3 ਤੋਂ 60 ਵੀ ਨਹੀਂ ਹੋਏ, 3 ਤੋਂ 76 ਹੋਏ। ਪਰ ਜਦ ਤੁਸੀਂ ਚੁਣਾਵ 'ਚ ਜਾਓਗੇ, ਜਦ ਅਖਾੜੇ 'ਚ ਜਾਓਗੇ, 1 ਮਿੰਟ, ਕਬੱਡੀ ਦਾ ਹੀ ਮੈਚ ਹੋਵੇ, ਅਖਾੜੇ 'ਚ ਜਾਵਾਂਗੇ, ਕੀ ਬਣ ਕੇ ਕੋਈ ਵੀ ਜਿਹੜੀ ਟੀਮ ਹੈ ਉਹ ਕੀ ਪੱਟਾ ਦੇ ਹੱਥ ਮਾਰ ਕੇ ਜਾਊਗੀ? ਕੀ ਕਹੂਗੀ ਕਿ ਜਿੱਤ ਸਾਡੀ ਹੈ? ਕਿਆ ਕੋਸ਼ਿਸ਼ ਨਹੀਂ ਕਰੇਗੀ? ਕੋਸ਼ਿਸ਼ ਵੀ ਕਰੇਗੀ। ਅਰੇ ਜੇ ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ, ਨਰਿੰਦਰ ਮੋਦੀ ਜੀ ਵੀ ਅਮਿਤ ਸ਼ਾਹ ਤਾਂ ਅਮਿਤ ਸ਼ਾਹ ਵੀ ਜਾਣਗੇ, ਨੱਡਾ ਜੀ ਹੈ, ਨੱਡਾ ਜੀ ਜਾਣਗੇ, ਸਟੇਟਾਂ ਦੇ ਸਾਡੇ ਕੋਲ ਚੀਫ ਮਿਨਿਸਟਰ ਹੈ, ਉਹ ਵੀ ਜਾਣਗੇ। ਭਾਈ ਜੋ ਸਾਡੇ ਕੋਲ ਉਹਨੂੰ ਘਰ ਬਿਠਾਣਾ, ਅਸੀਂ ਰਾਜਨੀਤੀ ਕਰਦੇ ਹਾਂ, ਰਾਜਨੀਤੀ 'ਚ ਅਸੀਂ ਬੈਠੇ ਹਾਂ ਤੇ ਅਸੀਂ ਉੱਥੇ ਜਾਵਾਂਗੇ। ਦੇਖੋ ਡਾਕਟਰ ਸਾਹਿਬ, ਸਰ ਇੱਕ ਸਵਾਲ ਲੈਣਾ ਚਾਹੁੰਦਾ ਤੁਹਾਡੀ ਇਜਾਜ਼ਤ ਨਾਲ। ਡਾਕਟਰ ਸਾਹਿਬ ਇੱਕ ਸਵਾਲ ਲੈਣਾ ਚਾਹੁੰਦਾ, ਤੁਸੀਂ ਆਪਣੀ ਗੱਲ ਵੀ ਮੁਕੰਮਲ ਕਰੋ, ਕਿ ਛੋਟਾ ਜਿਹਾ ਸਵਾਲ ਨਾਲ ਮੇਰਾ ਉਹ ਵੀ ਐਡ ਕਰ ਲਿਓ। ਜਿਹੜੀ ਵਿਰੋਧੀ ਧਿਰਾਂ ਸਰ ਉਹ ਇਹ ਕਹਿ ਰਹੀਆਂ ਹੈ, ਜਿਹੜੀਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਗੱਲ ਕੀਤੀ ਹੈ, ਦੂਜੀਆਂ ਵਿਰੋਧੀ ਧਿਰਾਂ ਵੀ ਗੱਲ ਕਰਦੀਆਂ, ਉਹ ਕਹਿੰਦੇ ਪਾਰਲੀਮੈਂਟ ਦੇ ਜਦੋਂ ਨਤੀਜੇ ਆਏ ਸੀ ਤਾਂ 120 ਜਾਂ 21 ਵਿਧਾਨ ਸਭਾ ਸੀ ਬੰਗਾਲ ਦੀਆਂ, ਜਿਹੜੀਆਂ ਭਾਜਪਾ ਦੇ ਵੱਲ ਜਿਹੜੀਆਂ ਬਹੁਮਤ ਦਿਖਾ ਰਹੀਆਂ ਸੀ, ਤੇ ਜਿਹਦੇ ਕਰਕੇ ਭਾਜਪਾ ਏਡੇ ਵੱਡੇ ਉਤਸ਼ਾਹ 'ਚ ਆਈ। ਉਸ ਨੂੰ ਲੈ ਕੇ ਕੰਪੈਰੀਜ਼ਨ ਕਰ ਰਿਹਾ, ਕਹਿੰਦੇ 2016 ਤਾਂ ਬਹੁਤ ਪਿੱਛੇ ਰਹਿ ਗਿਆ ਸੀਗਾ, ਤੇ ਪਾਰਲੀਮੈਂਟ ਦੀਆਂ ਇਲੈਕਸ਼ਨ ਦੇ ਮੱਦੇ ਨਜ਼ਰ ਭਾਜਪਾ ਬਹੁਤ ਉਤਸ਼ਾਹ ਵਿੱਚ ਸੀ। ਉਹ ਗ੍ਰਾਫ ਨੀਚੇ ਹੈ, ਇਹਦੀ ਗੱਲ ਕਰਦੇ ਆ। ਦੇਖੋ ਏਦਾਂ ਹੈ ਸਿੱਧੂ ਸਾਹਿਬ, ਦਿੱਲੀ ਦੇ ਵਿੱਚ ਜਦ 7 ਦੀਆਂ 7 ਸੀਟਾਂ ਪਿਛਲੀ ਵਾਰੀ ਵੀ ਹੋਏ, ਇਸ ਵਾਰੀ ਵੀ ਬੀਜੇਪੀ ਜਿੱਤੀ ਪਾਰਲੀਮੈਂਟ 'ਚ, ਤੇ ਕੁਛ ਹੀ ਮਹੀਨੇ ਅੱਜ ਦਾ ਚੁਣਾਵ ਸੀ ਅਸੈਂਬਲੀ ਦਾ ਦਿੱਲੀ ਦੇ ਵਿੱਚ, ਤੇ ਕੌਣ ਮੈਜੋਰਿਟੀ ਲੈ ਗਿਆ? ਉਸ ਵੇਲੇ ਤਾਂ ਵਾਸਟ ਮੈਜੋਰਿਟੀ, ਅਸੀਂ ਸਾਰੀਆਂ ਅਸੈਂਬਲੀ ਸੀਟਾਂ 'ਚ 10 12 15 ਛੱਡ ਕੇ ਸਾਰਿਆਂ 'ਚ ਲੀਡ ਕੀਤਾ ਸੀ, ਔਰ ਉਸ ਤੋਂ ਬਾਅਦ ਤਾਂ ਅਸੀਂ ਸਾਡੀਆਂ ਸੀਟਾਂ 10 ਵੀ ਨਹੀਂ ਪਹੁੰਚੀਆਂ। ਅਰੇ ਯਾਰ ਉਹ ਕਿਸੇ ਹੋਰ ਲੈਵਲ ਤੇ ਖੇਡੀਆਂ ਜਾਂਦੀਆਂ ਇਲੈਕਸ਼ਨਾਂ। ਹੁਣ ਦੇਸ਼ ਦੇ ਮਤਦਾਤਾ ਹੋ ਨਹੀਂ ਰਹੇ ਕਾਂਗਰਸ ਵੇਲੇ, ਅੱਜ ਤੋਂ 30 40 ਸਾਲ ਪਹਿਲਾਂ ਜਾਂ 60 70 ਸਾਲ ਪਹਿਲਾਂ, ਕਿ ਮਹਾਰਾਜ ਜੋ ਉੱਤੇ ਪਾਇਆ ਉਹ ਥੱਲੇ ਪਾਇਆ, ਏਦਾਂ ਦੀ ਗੱਲ ਨਹੀਂ ਹੈ। ਹੁਣ ਉਹ ਚੁਣਦੇ ਨੇ, ਉਹਨਾਂ ਨੂੰ ਪਤਾ ਕਿ ਸੈਂਟਰ ਸਾਨੂੰ ਮੋਦੀ ਜੀ ਚਾਹੀਦੇ ਆ ਤੇ ਸਾਨੂੰ ਸਟੇਟ 'ਚ ਸਾਨੂੰ ਕੇਜਰੀਵਾਲ ਚਾਹੀਦਾ। ਹੁਣ ਉਹਨੂੰ ਅਸੀਂ ਕੋਈ ਕੀ ਕਹਿੰਦੇ ਆ ਵੀ ਮਤਦਾਤਾ ਦੀ ਜਿਹੜੀ ਚੁਆਇਸ ਹੈ ਉਹ ਗਲਤ ਹੈ? ਅਸੀਂ ਨਹੀਂ ਕਹਿੰਦੇ। ਫਿਰ ਪ੍ਰੋਫੈਸਰ ਤੈਅ ਕਰਤਾ ਨਾ ਬੰਗਾਲ ਵਾਲਿਆਂ ਨੇ, ਸਰ ਬੰਗਾਲ ਵਾਲਿਆਂ ਨੇ ਤੈਅ ਕਰਤਾ ਨਾ ਕਿ ਉਹਨਾਂ ਨੂੰ ਬੰਗਾਲ ਦੀ ਮਮਤਾ ਬੈਨਰਜੀ ਚਾਹੀਦੀ ਹੈ। ਸਿੱਧੂ ਸਾਹਿਬ ਠੀਕ ਹੈ, ਮੈਂ ਤਾਂ ਕਹਿੰਦਾ, ਪਰ ਇਹ ਕਹਿੰਦੇ ਵੀ ਉੱਥੇ ਪ੍ਰਧਾਨ ਮੰਤਰੀ ਜਾਂਦੇ, ਉਹ ਕਿਉਂ ਗਿਆ? ਹੋਰ ਹੀ ਜਾਵਾਂਗੇ ਅਸੀਂ। ਜਦ ਤੱਕ ਕਹਿੰਦਾ ਕਬੱਡੀ ਦਾ ਅਸੀਂ ਮੈਚ ਖੇਡਦੇ ਹਾਂ ਤੇ ਅਸੀਂ ਕਹਿ ਕੇ ਜਾਂਦੇ ਹਾਂ ਜਿੱਤਾਂਗੇ, ਔਰ ਸਾਰਾ ਜ਼ੋਰ ਲਾਉਂਦੇ ਹਾਂ। ਉਹ ਤੁਸੀਂ ਤਾਂ ਯਾਰ, ਮੈਂ ਇਹ ਕਹਿੰਦਾ ਜੇ ਜ਼ੋਰ ਲਾਉਣਾ ਸੀਗਾ ਤੇ ਤੁਹਾਡੇ ਕੋਲ ਇੱਕ ਵੀ ਕਿਹੜਾ ਲੀਡਰ ਸੀਗਾ? ਤੁਹਾਡੇ ਕੋਲ ਇੱਕ ਵੀ ਤੁਸੀਂ ਉੱਥੇ ਜਿੱਤਣ ਦੀਆਂ ਸੁਪਨੇ ਲਈ ਜਾਂਦੇ, 200 ਤੋਂ ਉੱਪਰ ਜਾਣ ਲਈ ਕਹਿ ਰਹੇ ਸੀ, ਕਿਹੜਾ ਲੀਡਰ ਸੀਗਾ? ਉਹਨਾਂ ਦੇ ਬੰਦੇ ਪੱਟ ਕੇ ਤੁਸੀਂ ਆਪਣੇ ਲੈ ਗਏ ਤੇ ਖਰੀਦ ਕੇ ਤੇ ਆਪਣੇ ਵੱਲ ਖੜੇ ਕਰ ਲਏ। ਰਾਜਨੀਤੀ ਹੈ ਇਹ, ਰਾਜਨੀਤੀ ਨਹੀਂ ਹੈ ਇਹ, ਸ਼ਰੇਆਮ ਗੁੰਡਾਗਰਦੀ ਹੈ। ਇਹ ਬੰਦ ਕਰਨੀ ਚਾਹੀਦੀ ਬੀਜੇਪੀ ਨੂੰ। ਕਿੱਦਾਂ ਗੁੰਡਾਗਰਦੀ ਹੈ? ਜੋ ਤੁਸੀਂ ਦੂਜਿਆਂ ਦੇ ਬੰਦੇ ਪੱਟ ਕੇ ਖਰੀਦ ਕੇ ਆਪਣੇ ਵੱਲ ਲੈ ਆਉਂਦੇ ਆ, ਇਹ ਕਿਹੜੇ ਗੱਲ ਹੈ? ਪੁਡੂਚੇਰੀ 'ਚ ਕੀ ਕੀਤਾ? ਪੁਡੂਚੇਰੀ 'ਚ ਕੀ ਕੀਤਾ? ਗੋਆ 'ਚ ਕੀ ਕੀਤਾ ਸੀਗਾ? ਤ੍ਰਿਪੁਰਾ 'ਚ ਕੀ ਕੀਤਾ ਸੀਗਾ? ਸਾਰੀ ਜਗ੍ਹਾ ਇਹੋ ਕੁਝ ਕਰਦੇ ਆ। ਹੱਦ ਹੋ ਗਈ ਹੈ। ਇਹ ਰਾਜਨੀਤੀ ਨਹੀਂ ਹੈ, ਇਹ ਦਾਦਾਗਿਰੀ ਹੈ। ਇਹ ਬੰਦ ਹੋਣੀ ਚਾਹੀਦੀ ਹੈ ਦੇਸ਼ ਵਿੱਚ, ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਇਹ ਦਾਦਾਗਿਰੀ ਹੈ। ਫਿਰ ਲੋਕ ਸਾਰੇ ਤੁਸੀਂ ਬੰਦਿਆਂ ਨੂੰ ਤੋੜਦੇ ਆ, ਲੁੱਟਦੇ ਆ, ਡਰਾਉਂਦੇ ਆ, ਧਮਕਾਉਂਦੇ ਆ, ਖਰੀਦਦੇ ਆ। ਕਿੱਦਾਂ ਧਮਕਾਉਂਦੇ ਆ? ਅਸੀਂ ਚਲੋ ਓਕੇ ਪ੍ਰੋਫੈਸਰ, ਦੋਨਾਂ ਦੇ ਤੁਹਾਡੇ ਦੋਨਾਂ ਦੇ ਸਰ ਦੋਨਾਂ ਦੇ ਵਿਊ ਪੁਆਇੰਟ ਆ ਗਏ। ਦੋਨੇ ਤੁਸੀਂ ਪ੍ਰੋਫੈਸਰ ਹੋ, ਮੈਨੂੰ ਗੱਲ ਕੰਪਲੀਟ ਕਰਨ ਦਿਓ। ਇਹ ਮੈਨੂੰ ਹੁਣ ਇਹ ਖਾਸ ਕਰ ਤਾਂ ਮੈਂ ਮਨਜੀਤ ਜੀ ਦੀ ਤਵੱਕੋ ਚਾਹੂੰਗਾ। ਮਨਜੀਤ ਜੀ,
ਪਿਛਲੀ ਹਾਂਜੀ, ਵਾਰੀ ਹਾਂਜੀ। 2016 ਚ ਕਾਂਗਰਸ ਕੋ ਕਿੰਨੀਆਂ ਸੀਟਾਂ ਸੀ ਵੈਸਟ ਬੰਗਾਲ ਚ? ਚਲੋ ਮੈਂ ਦੱਸ ਦਿੰਦਾ, 44। ਅੱਜ ਕਿੰਨੀ ਹੈ? ਤੇ ਮੈਂ ਕਾਂਗਰਸ ਦਾ ਸਪੋਕਸਮੈਨ ਬੈਠਾ। ਚਲੋ ਕਾਂਗਰਸ ਦਾ ਨਹੀਂ ਤਾਂ ਨਹੀਂ, ਬਣਨਾ ਜਿਹੜੇ ਨਹੀਂ ਹੈ। ਤੁਸੀਂ ਜਿਹੜੀ ਸਰ ਲੌਜਿਕ ਤੁਸੀਂ ਲੈ ਤੁਸੀਂ ਰਹੇ ਉਹਨਾਂ ਨੂੰ ਸੀਗੇ, ਪੁੱਛੋ ਨਾ ਜਾ ਕੇ ਵੀ ਉਹ ਕੀ ਹੋਇਆ ਤੁਹਾਡੇ ਨਾਲ। ਅਰੇ ਯਾਰ, ਜਿਹੜਾ ਤੁਸੀਂ ਲੌਜਿਕ ਲੈ ਰਹੇ ਸੀ, ਉਹਨਾਂ ਨੇ ਵੀ ਪੱਟਾ ਤੇ ਮਾਰਿਆ ਸੀ ਹੱਥ ਕਿ ਓਕੇ ਓਕੇ ਜਿੱਤਾਂਗੇ, ਸੀਪੀਐਮ ਨਾਲ ਮਿਲ ਕੇ ਲਵਾਂਗੇ। ਅੱਛਾ ਚਲੋ, ਸੀਪੀਐਮ ਦੀਆਂ ਕਿੰਨੀਆਂ ਸੀਟਾਂ ਸੀ ਪਿਛਲੀ ਵਾਰੀ? 26। ਆ ਜਿਹੜਾ ਤੁਸੀਂ ਪਾਰਲੀਮੈਂਟ ਵਾਲੀ ਗੱਲ ਕਰਦੇ ਹੋ, ਚਲੋ ਪਾਰਲੀਮੈਂਟ ਚ ਚਲੋ ਪ੍ਰੈਸ ਸਾਹਿਬ, ਉਹਦਾ ਤਿਰ ਕਾਂਗਰਸ ਗਈ ਗਵਾਚੀ ਜਿਹੜੀ, ਨਾ ਇੱਕ ਉਹਦਾ ਮਿੰਟ ਤਿਰ ਗਈ ਗਵਾਚੀ ਤਰ੍ਹਾਂ ਦੀਆਂ ਕੀ ਗੱਲਾਂ ਲੈਟ ਮੀ ਕਰਨੀਆਂ। ਕੰਪਲੀਟ। ਤੁਸੀਂ ਵੀ ਸਵਾਲ ਉਠਾਇਆ ਸੀ ਸਿੱਧੂ ਸਾਹਿਬ, ਲੈਟ ਮੀ ਕੰਪਲੀਟ। ਤੁਸੀਂ ਕਿਹਾ ਓਕੇ ਪਾਰਲੀਮੈਂਟ ਦੇ ਵਿੱਚ ਸੀਪੀਐਮ ਜਿੱਤੀ ਕਿ ਨਹੀਂ ਜਿੱਤੀ? ਕਿੰਨੀਆਂ ਸੀਟਾਂ ਜਿੱਤੀਆਂ? ਕਾਂਗਰਸ ਜਿੱਤੀ ਕਿ ਨਹੀਂ ਜਿੱਤੀ? ਕਿੰਨੀਆਂ ਸੀਟਾਂ ਜਿੱਤੀਆਂ? ਫਿਰ ਉੱਥੇ ਕਿਉਂ ਠੀਕ ਨਜ਼ਰ ਹੈ। ਆਉਂਦਾ ਕਿ ਉਹ ਤਾਂ ਜਿੰਨੀਆਂ ਪਾਰਲੀਮੈਂਟ 'ਚ ਸੀਟਾਂ ਜਿੱਤੀਆਂ, ਉਨੀਆਂ ਤਾਂ ਵਿਧਾਨ ਸਭਾ 'ਚ ਵੀ ਨਹੀਂ ਜਿੱਤ ਸਕੇ। ਚਲੋ ਓਕੇ, ਥੈਂਕ ਯੂ ਪ੍ਰੈਸ ਸਾਹਿਬ, ਫਿਰ ਵਾਪਸ ਆਵਾਂਗੇ ਆਪਾਂ। ਪਾਰਲੀਮੈਂਟ ਦੀਆਂ ਸੀਟਾਂ ਸੀ 76 ਜਿੱਤ ਰਹੇ ਆ ਅਸੈਂਬਲੀ। ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਹੁਣ ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਮੌਕਾ ਦਈਏ। ਟੀਨੂ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੈ। ਟੀਨੂ ਸਾਹਿਬ, ਜੀ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਪੱਛਮੀ ਬੰਗਾਲ ਦੇ ਜਿਹੜੇ ਨਤੀਜੇ ਆਏ ਆ, ਮਮਤਾ ਬੈਨਰਜੀ ਨੇ ਜੋ ਕਿਹਾ ਹੈ ਕਿ ਬੰਗਾਲ ਨੇ ਦੇਸ਼ ਨੂੰ ਬਚਾ ਲਿਆ। ਪ੍ਰੋਫੈਸਰ ਭੰਡਾਰੀ ਦਾ ਕਹਿਣਾ ਹੈ ਕਿ ਕੋਈ ਐਸੀ ਗੱਲ ਨਹੀਂ, ਉੱਥੇ ਅਸੀਂ ਬਹੁਤ ਮਜ਼ਬੂਤੀ ਨਾਲ ਅੱਗੇ ਵਧਿਆ। ਪਰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਸਿੱਧੂ ਸਾਹਿਬ, ਮੈਂ ਚਾਹੂੰਗਾ ਕਿ ਤੁਸੀਂ ਮੈਨੂੰ ਅਪਰੋਪਰੀਏਟ ਟਾਈਮ ਦਿਓ। ਦੇਖੋ ਕਈ Most welcome. ਅਖਬਾਰਾਂ ਨੇ, ਦੀਦੀ ਨੇ ਕਿਹਾ ਵੀ ਬੰਗਾਲ ਸੇਵ ਇੰਡੀਆ, ਕਈਆਂ ਨੇ ਲਿਖਿਆ ਵੀ ਬੰਗਾਲ ਵੋਕਲ ਫਾਰ ਲੋਕਲ। ਇਹਦੇ ਕਈ ਮਾਇਨੇ ਆ। ਪਹਿਲੀ ਗੱਲ, ਬਹੁਤ ਵੱਡੀ ਗੱਲ ਹੋਈ ਆ ਕੱਲ, ਵੀ ਜਿਹੜਾ ਬੰਗਾਲੀ ਲੋਕਾਂ ਨੇ ਆਪਣਾ ਇਤਿਹਾਸ ਦੁਹਰਾਇਆ ਦੇਸ਼ ਦੀ ਏਕਤਾ ਅਖੰਡਤਾ ਨੂੰ ਬਚਾਉਣ ਵਾਸਤੇ। ਬੰਗਾਲੀ ਤੇ ਪੰਜਾਬੀ ਪਹਿਲਾਂ ਵੀ ਮੋਹਰੀ ਰਹੇ ਆ, ਚਾਹੇ ਅੰਗਰੇਜ਼ ਨਾਲ ਲੜਾਈ ਹੋਈ ਹੈ, ਬੰਗਾਲੀ ਤੇ ਪੰਜਾਬੀਆਂ ਨੇ ਮੋਹਰੀ ਰੋਲ ਅਦਾ ਕੀਤਾ। ਤੇ ਹੁਣ ਜਦੋਂ ਦੇਸ਼ 'ਚ ਐਨਡੀਏ ਦੀ ਦੂਜੀ ਟਰਮ ਚੱਲ ਰਹੀ ਆ, ਖਾਸ ਕਰਕੇ 2019 ਤੋਂ ਬਾਅਦ, ਜਦੋਂ ਭਾਰਤੀ ਜਨਤਾ ਪਾਰਟੀ ਐਨਡੀਏ ਜਿਹੜਾ, ਹੁਣ ਤਾਂ ਐਨਡੀਏ ਹੈ ਨਹੀਂ, ਬੀਜੇਪੀ ਆ ਇਕੱਲੀ, ਹੁਣ ਜਿਹੜੀ ਆਪਣੀ ਮਰਜ਼ੀ ਨਾਲ ਇਸ ਦੇਸ਼ ਦਾ ਸਿਸਟਮ ਬਣਾਉਣਾ ਚਾਹੁੰਦੀ ਆ, ਇਹਦੀ ਬਿਊਟੀ ਦੇਖੋ, ਅਨੇਕਤਾ 'ਚ ਏਕਤਾ। ਬਹੁਤ ਸਾਰੇ ਰੰਗ ਆ ਇਸ ਗੁਲਦਸਤੇ 'ਚ, ਬਹੁਤ ਸਾਰੀਆਂ ਬੋਲੀਆਂ ਆ, ਸੱਭਿਆਚਾਰ ਆ, ਆਪਣੇ ਆਪਣੇ ਰੀਤੀ ਰਿਵਾਜ ਆ। ਹਰ ਇੱਕ ਨੂੰ ਆਪਣਾ ਆਪਣਾ ਰੀਤੀ ਰਿਵਾਜ, ਬੋਲੀ ਦਾ ਮਾਣ ਆ ਹਰ ਇੱਕ ਨੂੰ। ਲੇਕਿਨ ਬੀਜੇਪੀ ਅੱਜ ਦੀ ਇਹ ਚਾਹੁੰਦੀ ਆ ਵੀ ਸਾਰਿਆਂ ਦੇ ਉੱਤੇ ਇੱਕੋ ਹੀ ਕੂਚੀ ਫੇਰ ਦਈਏ, ਤੇ ਉਹਦੀ ਸ਼ੁਰੂਆਤ ਜਿਹੜੀ ਆ, ਉਹਦੇ ਖਿਲਾਫ ਜਿਹੜੀ ਆ, ਉਹ ਬੰਗਾਲੀਆਂ ਨੇ ਕਰ ਦਿੱਤੀ ਆ। ਆ ਜੋ ਕਿਸਾਨ ਅੰਦੋਲਨ 'ਚ ਹੋ ਰਿਹਾ, ਕਿਸਾਨਾਂ ਨੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ, ਬੰਗਾਲੀਆਂ ਨੇ ਵੀ, ਤੇ ਮਹਾਰਾਸ਼ਟਰ ਨੇ ਵੀ, ਤੇ ਪੰਜਾਬ ਨੇ ਵੀ। ਮੈਂ ਸਮਝਦਾ ਬੰਗਾਲੀ ਬੜੇ ਐਡਵਾਂਸ ਆ। ਉਹਨਾਂ ਨੇ ਪੰਜਾਬ ਦੇ ਕਿਸਾਨ ਦੀ ਹਾਂ 'ਚ ਹਾਂ ਮਿਲਾਈ, ਔਰ ਉਨੀਆਂ ਸੀਟਾਂ ਜਿੱਤੀਆਂ ਜਿੰਨੀਆਂ ਪਿਛਲੀ ਵਾਰ ਵੀ ਨਹੀਂ ਤ੍ਰਿਣਮੂਲ ਕਾਂਗਰਸ ਜਿੱਤੀ ਸੀ। ਇਹ ਐਤਕੀ ਟੋਟਲ ਬੀਜੇਪੀ ਦੇ ਖਿਲਾਫ ਫਤਵਾ ਆ, ਨਾਲ ਨਾਲ ਇਹ ਕਾਂਗਰਸ ਦੇ ਖਿਲਾਫ ਵੀ ਫਤਵਾ ਆ। ਜੇ ਪਤਾ ਸੀ ਕਾਂਗਰਸ ਪਾਰਟੀ ਨੂੰ ਵੀ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਉਖਾੜੂ ਪੋਲਿਟਿਕਸ ਕਰ ਰਹੀ ਆ, ਦੇਸ਼ ਦੇ ਅੰਦਰ ਕਮਿਊਨਲਿਜ਼ਮ ਵਧਾ ਰਹੀ ਹੈ, ਦੇਸ਼ ਦੇ ਅੰਦਰ ਹਿੰਦੂ ਮੁਸਲਿਮ ਦਾ ਪਾੜਾ ਪਾ ਕੇ ਜਾਂ ਦੂਸਰੀਆਂ ਜਾਤਾਂ ਨੂੰ ਆਪਸ 'ਚ ਲੜਾ ਕੇ ਪੋਲਿਟਿਕਸ ਕਰ ਰਹੀ ਹੈ, ਰਾਜ ਸਥਾਪਿਤ ਕਰ ਰਹੀ ਹੈ, ਤਾਂ ਫਿਰ ਕਾਂਗਰਸ ਦਾ ਵੀ ਬਹੁਤ ਵੱਡਾ ਕਸੂਰ ਹੈ। ਕਾਂਗਰਸ ਨੇ ਉੱਥੇ ਟੀਐਮਸੀ ਦੇ ਖਿਲਾਫ ਉਮੀਦਵਾਰ ਖੜੇ ਕਰਤੇ। ਕਾਂਗਰਸ ਨੂੰ ਚਾਹੀਦਾ ਸੀ, ਜੇ ਬੀਜੇਪੀ ਉਹਦੀ ਨੰਬਰ 1 ਦੁਸ਼ਮਣ ਪਾਰਟੀ ਹੈ, ਤੇ ਕਾਂਗਰਸ ਨੂੰ ਉੱਥੇ ਬਿਨਾਂ ਸ਼ਰਤ ਟੀਐਮਸੀ ਨੂੰ, ਮਮਤਾ ਬੈਨਰਜੀ ਨੂੰ ਸਪੋਰਟ ਕਰਨਾ ਚਾਹੀਦਾ ਸੀ, ਬਲਕਿ ਉਹਦੀ ਕੰਪੇਨ ਕਰਨੀ ਚਾਹੀਦੀ ਸੀ ਰਾਹੁਲ ਗਾਂਧੀ ਨੂੰ, ਪਰ ਨਹੀਂ ਕੀਤੀ। ਜੀ ਟੀਨੂ ਜੀ, ਇੱਕ ਸਵਾਲ ਮੈਂ ਲੈਣਾ ਚਾਹਾਂਗਾ। ਉਹਦੇ ਬਾਵਜੂਦ ਟੀਐਮਸੀ ਉੱਥੇ ਜਿੱਤੀ ਆ। ਬੰਗਾਲੀਆਂ ਨੇ ਬੱਲੇ ਬੱਲੇ ਕਰਾਤੀ ਆ, ਦੇਸ਼ ਦੇ ਤਿਰੰਗੇ ਦੀ ਟੌਰ ਬਣਾਤੀ ਆ। ਵਿਦੇਸ਼ਾਂ ਵਿੱਚ ਜਿਹੜੇ ਲੋਕ ਡਰੇ ਬੈਠੇ ਸੀ ਇਸ ਸਿਸਟਮ ਤੋਂ, ਅੱਜ ਦੇਸ਼ ਦੇ ਅੰਦਰ ਜਿਹੜੇ ਸੈਕੂਲਰ ਫੋਰਸਿਸ ਆ, ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ, ਉਹਨਾਂ ਦੇ ਸਾਥ। ਟੀਨੂ ਜੀ, ਇੱਕ ਸਵਾਲ ਮੈਂ, ਟੀਨੂ ਜੀ ਬਿਲਕੁਲ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ, ਜਿਹਦੇ ਨਾਲ ਜਿਹੜਾ ਮਾਹੌਲ ਬਦਲਿਆ, ਇੱਕ ਸਵਾਲ ਮੈਂ ਲੈਣਾ ਚਾਹੁੰਦਾ ਹਾਂ। ਅਕਾਲੀ ਦਲ ਨੇ ਇਹਨਾਂ ਚੋਣਾਂ ਤੋਂ ਪਹਿਲਾਂ ਵੀ
ਤ੍ਰਿਣਮੂਲ ਕਾਂਗਰਸ ਦੇ ਜਿਹੜੇ ਮਮਤਾ ਬੈਨਰਜੀ ਉਹਨਾਂ ਤੱਕ ਪਹੁੰਚ ਕੀਤੀ ਸੀ ਕਿ ਕੌਮੀ ਪੱਧਰ ਤੇ ਕੋਈ ਖੇਤਰੀ ਪਾਰਟੀਆਂ ਦਾ ਗੱਠਜੋੜ ਬਣਾਇਆ ਜਾਏ। ਹੁਣ ਤਾਂ ਮਮਤਾ ਬੈਨਰਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਸ਼ਾਨਦਾਰ ਜਿੱਤ ਨਾਲ ਆਈ ਹੈ, ਕੀ ਅਕਾਲੀ ਦਲ ਫਿਰ ਪਹੁੰਚ ਕਰੇਗਾ ਕਿ ਕੌਮੀ ਪੱਧਰ ਤੇ ਇਦਾਂ ਦਾ ਕੋਈ ਗੱਠਜੋੜ ਬਣੇ ਖੇਤਰੀ ਪਾਰਟੀਆਂ ਦਾ? ਦੇਖੋ, ਦੇਸ਼ 'ਚ ਇਸ ਵੇਲੇ ਬੀਜੇਪੀ ਐਨਡੀਏ ਜਿਹਦੇ ਖਿਲਾਫ ਵੇਵ ਆ ਪੂਰੀ ਦੇਸ਼ 'ਚ, ਦੂਜੇ ਪਾਸੇ ਯੂਪੀਏ ਕਾਂਗਰਸ ਜਿਹਨੂੰ ਹੈਡ ਕਰਦੀ ਹੈ। ਅੱਜ ਇਹਨਾਂ ਦੋਨਾਂ ਤੋਂ ਅਲੱਗ ਹੋ ਕੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਇਕੱਠਾ ਹੋਣਾ ਪਊਗਾ, ਕਿਉਂਕਿ ਕਾਂਗਰਸ ਨੇ ਦੇਸ਼ ਦੇ ਅੰਦਰ ਕਰਪਸ਼ਨ ਦਾ ਕਲਚਰ ਲੈ ਕੇ ਆਂਦਾ, ਕਾਂਗਰਸ ਨੇ ਦੇਸ਼ ਦੇ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ ਦਾ ਮਾਹੌਲ ਲੈ ਕੇ ਆਂਦਾ। ਬਹੁਤ ਲੰਬਾ ਸਮਾਂ ਰਾਜ ਕੀਤਾ ਕਾਂਗਰਸ ਨੇ, ਕੀਤਾ ਕੁਝ ਨਹੀਂ ਦੇਸ਼ ਦਾ। ਇਸ ਕਰਕੇ ਕਾਂਗਰਸ ਤੇ ਬੀਜੇਪੀ ਨੂੰ ਅਲੱਗ ਰੱਖ ਕੇ ਦੇਸ਼ ਵਿੱਚ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਆਮ ਲੋਕੀ ਸਿੱਧੂ ਸਾਹਿਬ ਗੱਲਾਂ ਕਰ ਰਹੇ ਸੀ ਰਿਜ਼ਲਟ ਤੋਂ ਪਹਿਲਾਂ, ਬਈ ਜੇ ਮਮਤਾ ਬੈਨਰਜੀ ਜਿੱਤ ਗਈ ਤਾਂ ਮਮਤਾ ਬੈਨਰਜੀ ਦੇਸ਼ ਦੀ ਲੀਡਰ ਹੋਏਗੀ, ਦੇਸ਼ ਦੀ ਲੀਡਰ, ਬੰਗਾਲ ਦੀ ਲੀਡਰ ਨਹੀਂ, ਉਹ ਦੇਸ਼ ਦੀ ਲੀਡਰ ਹੋਏਗੀ। ਅੱਜ ਪਪੂਲੈਰਿਟੀ ਜਿਹੜੀ ਆ ਅੱਜ ਨਰਿੰਦਰ ਮੋਦੀ ਦੀ ਥੱਲੇ ਆ ਬਹੁਤ। ਅੱਜ ਤੁਸੀਂ ਕੋਈ ਵੀ ਸਰਵੇ ਕਰਾ ਆਪਣੇ ਚੈਨਲ ਦੇ ਉੱਤੋਂ, ਅੱਜ ਮਮਤਾ ਬੈਨਰਜੀ ਦੀ, ਅੱਜ ਰੀਜਨਲ ਪਾਰਟੀਆਂ ਦੀ ਪਪੂਲੈਰਿਟੀ, ਵਿਸ਼ਵਾਸ ਸੂਬਿਆਂ ਦਾ ਅੱਜ ਉਹਨਾਂ ਦੇ ਵਿੱਚ ਆ। ਔਰ ਮੈਂ ਸਮਝਦਾ ਕਿ ਸੂਬਿਆਂ ਦੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਆਪਣੇ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਗਿਆਨ ਹੁੰਦਾ ਆ, ਉਹਨਾਂ ਦੇ ਸੱਭਿਆਚਾਰ ਦਾ, ਉਹਨਾਂ ਦੀ ਬੋਲੀ ਦਾ ਪਤਾ ਹੁੰਦਾ ਹੈ, ਉਹਨਾਂ ਦੀਆਂ ਮੁਸ਼ਕਲਾਂ ਦਾ ਪਤਾ ਹੁੰਦਾ ਹੈ। ਇਸ ਕਰਕੇ ਸੂਬਿਆਂ ਦੀਆਂ ਸਰਕਾਰਾਂ, ਰੀਜਨਲ ਪਾਰਟੀਆਂ ਦੁਬਾਰਾ ਅੱਗੇ ਆ ਰਹੀਆਂ। ਇਹਦੀ ਬਹੁਤ ਵੱਡੀ ਇਤਿਹਾਸਕ ਸ਼ੁਰੂਆਤ ਕੱਲ ਹੋਈ ਹੈ ਵੈਸਟ ਬੰਗਾਲ ਤੋਂ। ਔਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਤੋਂ ਇਲਾਵਾ ਇੱਕ ਨਵਾਂ ਤੀਜਾ ਨਹੀਂ ਬਲਕਿ ਅਸੀਂ ਪਹਿਲਾ ਬਦਲ ਕਵਾਂਗੇ, ਅਸੀਂ ਪਹਿਲੇ ਨੰਬਰ ਦਾ ਬਦਲ ਤਿਆਰ ਕਰਾਂਗੇ, ਕਿਉਂਕਿ ਬਾਦਲ ਸਾਹਿਬ ਨੇ ਔਰ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਡਿਊਟੀ ਲਗਾਈ ਹੈ। ਔਰ ਅਸੀਂ ਪਹਿਲਾਂ ਵੀ ਮਮਤਾ ਬੈਨਰਜੀ ਦੇ ਕੋਲ ਗਏ ਹਾਂ, ਇਲੈਕਸ਼ਨ ਦੇ ਵਿੱਚ ਵੀ ਉਹਨਾਂ ਦੀ ਸਪੋਰਟ ਕਰਕੇ ਆਏ। ਜੀ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਪ੍ਰੋਫੈਸਰ ਮਨਜੀਤ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਅਕਾਲੀ ਦਲ ਨੇ ਜਿਹੜੀ ਕਮੈਂਟਸ ਕੀਤੇ ਹੈ ਕਿ ਕੌਮੀ ਪੱਧਰ ਤੇ ਖੇਤਰੀ ਪਾਰਟੀਆਂ ਦਾ ਗੱਠਜੋੜ ਖਾਸ ਤੌਰ ਤੇ ਭਾਜਪਾ ਦੇ ਮੁਕਾਬਲੇ 'ਚ ਨਾ ਕਾਂਗਰਸ ਤੇ ਨਾ ਭਾਜਪਾ, ਇੱਕ ਵੱਖਰੀ ਧਿਰ ਅਕਾਲੀ ਦਲ ਜਿਸ ਤਰੀਕੇ ਨਾਲ ਪਹੁੰਚ ਕਰਨ ਦੀ ਗੱਲ ਕਰ ਰਿਹਾ ਹੈ, ਕੀ ਲੱਗਦਾ ਹੈ ਕਿ ਮਮਤਾ ਦੀ ਜਿਹੜੀ ਜਿੱਤ ਹੈ, ਜਿੱਦਾਂ ਕਮੈਂਟਸ ਆ ਰਿਹਾ ਹੈ, ਉਹਦੇ ਨਾਲ ਕੌਮੀ ਪੱਧਰ ਤੇ ਮਮਤਾ ਇੱਕ ਆਗੂ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਸਕਦੀ ਹੈ? ਮੈਂ ਇੱਥੇ ਦੋ ਗੱਲਾਂ ਬਰੀਫਲੀ ਗੱਲ ਕਹੂੰਗਾ। ਇੱਕ ਤੇ ਇਹਦੇ ਇੱਥੋਂ ਇਹ ਸਿੱਖਣਾ ਚਾਹੀਦਾ ਕਿ ਪੱਛਮੀ ਬੰਗਾਲ ਦੇ ਵਿੱਚ ਐਕਚੁਅਲੀ ਹੋਇਆ ਕੀ। ਬਰੀਫ ਦੇ ਵਿੱਚ ਇਹ ਆ ਕਿ ਬੀਜੇਪੀ ਨੇ ਇੰਨਾ ਵੱਡਾ ਉੱਥੇ ਹਮਲਾ ਕਰ ਦਿੱਤਾ, ਤੇ ਜੋ ਕਿਸਾਨਾਂ ਨੇ ਵੀ ਜਾ ਕੇ ਕਿਹਾ ਸੀਗਾ ਕਿ ਇੱਥੇ ਬਚਿਓ ਤੁਸੀਂ, ਉਹਦੀ ਉੱਥੇ ਜਿਹੜਾ ਮੈਸੇਜ ਗਿਆ ਉਹਦੇ 'ਚ ਕੁੱਲ ਮਿਲਾ ਕੇ ਪੋਲਰਾਈਜ਼ ਹੋ ਗਈ ਸਿਚੁਏਸ਼ਨ। ਜਾਣੀ ਜਿੰਨੇ ਵੀ ਕਾਮਰੇਡ ਸੀ ਜਾਂ ਤੇ ਉਹ ਜ਼ਿਆਦਾਤਰ ਬੀਜੇਪੀ ਵੱਲ ਚਲੇ ਗਏ, ਔਰ ਕਾਂਗਰਸ ਵਾਲੇ ਵੀ ਕੁਝ ਹਿੱਸਾ ਬੀਜੇਪੀ ਵੱਲ ਚਲਾ ਗਿਆ, ਕੁਝ ਜਿਹੜੇ ਬੰਦੇ ਸੀ ਉਹ ਜਾ ਕੇ ਤ੍ਰਿਣਮੂਲ ਵੱਲ ਨੂੰ ਚਲੇ ਗਏ, ਤੇ ਉੱਥੇ ਸਿੱਧੀ ਦੀ ਸਿੱਧੀ ਪੋਲਰਾਈਜ਼ ਸਿਚੁਏਸ਼ਨ ਹੋ ਗਈ। ਦੇਖੋ ਇਹ ਕੀਤੀ ਕਿੰਨੇ ਆ? ਇਹ TMC ਨੇ ਨਹੀਂ ਕੀਤੀ। ਜਦੋਂ ਬਾਹਰੋਂ ਤੁਸੀਂ ਕਿਸੇ ਸੂਬੇ ਦੇ ਉੱਤੇ ਏਡਾ ਵੱਡਾ ਘਾਤ ਲਾ ਕੇ ਹਮਲਾ ਕਰ ਦੋਗੇ, ਪੈਸਾ, ਲੋਕ, ਸਾਰੇ ਦੇਸ਼ ਦੀ ਪਾਰਟੀ, ਉਹ ਕਹਿ ਹੀ ਰਹੇ ਆ ਰਾਜਨੀਤੀ ਕਰਾਂਗੇ ਤੇ ਸਾਰਿਆਂ ਨੂੰ ਲੈ ਕੇ ਆਵਾਂਗੇ, ਚੀਫ ਮਿਨਿਸਟਰ ਵੀ ਲੈ ਕੇ ਆਵਾਂਗੇ, ਸਾਰੀ ਕੈਬਨਿਟ ਵੀ ਲੈ ਕੇ ਜਾਵਾਂਗੇ, ਤਾਂ ਉੱਥੇ ਬੰਗਾਲੀਆਂ ਨੇ ਕਿਹਾ ਖਬਰਦਾਰ, ਸਾਡੇ ਬੰਗਾਲ 'ਚ ਵੜ ਨਹੀਂ ਦਿਆਂਗੇ, ਤੇ ਪੋਲਰਾਈਜ਼ ਸਿਚੁਏਸ਼ਨ ਹੋ ਗਈ। ਇਸ ਲਈ ਇਹ ਸਾਰੇ ਦੇਸ਼ ਦੀ ਬੀਜੇਪੀ ਦੀ ਹਾਰ ਆ। ਦੂਸਰੀ ਗੱਲ ਕਿ ਕੀ ਉੱਥੋਂ ਵਿਕਲਪ ਆਉਣ ਦਾ ਕੋਈ ਨਵਾਂ ਮੈਸੇਜ, ਜਿਹੜਾ ਟੀਨੂ ਜੀ ਕਹਿ ਰਹੇ ਆ ਕਿ ਉਹ ਹੋ ਰਿਹਾ। ਦੇਖੋ ਇਹ ਕੋਸ਼ਿਸ਼ਾਂ ਬਹੁਤ ਵਾਰੀ ਹੋ ਰਹੀਆਂ, ਗੱਲਾਂ ਬਹੁਤ ਹੋ ਰਹੀਆਂ। ਕੀ ਰੀਜਨਲ ਪਾਰਟੀਆਂ ਨੈਸ਼ਨਲ ਪਾਰਟੀਆਂ ਨਾਲੋਂ ਇਹ ਕ੍ਰਿਟੀਸਾਈਜ਼ ਤੇ ਕਰਦੀਆਂ ਕਿ ਆਪਣਾ ਕਰੈਕਟਰ ਅਲੱਗ ਕਰਕੇ ਦਿਖਾਉਣਗੀਆਂ? ਟੀਨੂ ਜੀ ਅੱਜ ਇਹਨਾਂ ਦੀ ਪਾਰਟੀ 20-25 ਸਾਲ ਉਹਨਾਂ ਉਸੇ ਪਾਰਟੀ 'ਚ ਬੈਠੀ ਰਹੀ ਜਿਹਦੇ ਵਿਰੁੱਧ ਹੁਣ ਇਹ ਬੋਲ ਰਹੇ ਆ। ਉਹ ਕਦੋਂ ਅਸੀਂ ਇੰਨਾ ਰੌਲਾ ਤੁਹਾਡੇ ਹੀ ਚੈਨਲਾਂ ਤੇ ਤੁਹਾਨੂੰ ਪਤਾ ਹੀ ਆ ਕਿੰਨੀ ਵਾਰੀ ਕਹਿੰਦੇ ਸੀਗੇ, ਬਲਟੋਆ ਹੋਣਾ ਨੂੰ ਸਾਰਿਆਂ ਨੂੰ ਕਹਿੰਦੇ ਉਹ ਰੱਬ ਦਾ ਵਾਸਤਾ 9 ਮਾਸ ਦਾ ਰਿਸ਼ਤਾ ਛੱਡ ਦਿਓ। ਜਿਸ ਦਿਨ ਇਹਨਾਂ ਨੇ ਛੱਡਿਆ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਵਧਾਈ ਦਿੱਤੀ ਹੈ। ਹੁਣ ਤੁਸੀਂ ਆਪਣਾ ਉਹ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਵਾਲਾ ਅਕਾਲੀ ਦਲ ਸੀ, ਕਿ ਉਹ ਕਰੈਕਟਰ ਦਿਖਾਓਗੇ ਕਿ ਜਿੱਥੇ ਇੱਕ ਬੰਦਾ ਖੜਾ ਹੋ ਜਾਂਦਾ ਜੋ ਸ਼ਬਦ ਵਰਤ ਦਿੰਦਾ ਸੀਗਾ, ਉਹ ਪ੍ਰਨੋਟ ਵਾਂਗੂ ਹੁੰਦਾ ਸੀਗਾ, ਅੰਗਰੇਜ਼ਾਂ ਵੇਲੇ ਵੀ ਸੀਗਾ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਸੀ। ਅੱਜ ਦੇ ਅਕਾਲੀ ਦਲ ਦਾ ਜਾਂ ਉਹਨਾਂ ਦੇ ਲੀਡਰਾਂ ਦਾ ਲੋਕ ਭਰੋਸਾ ਕਰਦੇ ਆ।
ਜਾਂ ਉਹਨਾਂ ਨੇ ਕੋਈ ਅਲੱਗ ਕਿਸਮ ਦੀ ਰਾਜਨੀਤੀ ਕਰਕੇ ਦਿਖਾਉਣਗੇ? ਕਿਵੇਂ ਭਰੋਸਾ ਦਿਵਾਉਣਗੇ? TMC ਬਾਰੇ ਵੀ ਮੈਂ ਦੱਸ ਦਿਆਂ, ਲੋਕਾਂ ਨੇ ਫਾਸ਼ੀਵਾਦ ਐਟੀਟਿਊਡ ਦਾ ਧੱਕੇਸ਼ਾਹੀ ਦਾ ਜਵਾਬ ਦਿੱਤਾ TMC ਨੂੰ ਜਿਤਾ ਕੇ, ਪਰ ਇਹ ਨਹੀਂ ਕਿ TMC ਨੇ ਉੱਥੇ ਬਹੁਤ ਕੁਝ ਗੁਲ ਖਿਲਾਏ ਹੋਏ ਆ। ਇਹ ਵੀ ਮੈਂ ਦੱਸ ਦਿਆਂ, ਉਹਨਾਂ ਨੇ ਵੀ ਕੋਈ ਜੋ ਆਈਡੀਅਲੀ ਰਾਜ ਚਾਹੀਦਾ ਹੈ ਲੋਕਾਂ ਨੂੰ, ਜਿਹੜੇ ਉੱਥੇ ਭੁੱਖ ਮਰੀ ਜਾਂ ਜਿਹੜੀਆਂ ਗੱਲਾਂ ਟੀਨੂ ਸਾਹਿਬ ਸਾਰੀਆਂ ਗਿਣਾ ਰਹੇ ਆ, ਉਹ ਨਹੀਂ ਦਿੱਤਾ। ਪਰ ਉੱਥੇ ਉਹਨਾਂ ਨੇ ਜੋ ਜਵਾਬ ਦਿੱਤਾ ਆ। ਇਸੇ ਕਰਕੇ ਜਿਹੜੀਆਂ ਰੀਜਨਲ ਪਾਰਟੀਆਂ ਵੀ ਆ, ਉਹ ਇਕੱਲਾ ਇਕੱਠੇ ਹੋਣ ਨਾਲ ਨਹੀਂ ਸਰਨਾ ਹੈ। ਤੁਸੀਂ ਆਪਣਾ ਕਰੈਕਟਰ ਲੋਕਾਂ ਦੇ ਸਾਹਮਣੇ ਜਿਹੜੇ ਰੀਜਨਲ ਐਸਪੀਰੇਸ਼ਨਸ ਆ ਉਹਨਾਂ ਦੇ ਮੁਤਾਬਕ ਢਾਲੋ, ਨਾ ਕਿ ਤੁਸੀਂ ਵੀ ਵੱਡੀਆਂ ਪਾਰਟੀਆਂ ਨੂੰ ਆਪਣਾ ਰੋਲ ਮਾਡਲ ਸਮਝ ਕੇ ਉਹਨਾਂ ਨਾਲੋਂ ਵੀ ਦੁੱਗਣੀ ਇੱਥੇ ਧਾੜਵੀਆਂ ਵਾਂਗੂ ਲੋਕਾਂ ਤੇ ਹਮਲਾ ਕਰੋ। ਇਹ ਲੋਕਾਂ ਨੂੰ ਮਨਜ਼ੂਰ ਨਹੀਂ ਹੋਊਗਾ। ਓਕੇ, ਥੈਂਕ ਯੂ ਪ੍ਰੋਫੈਸਰ ਭੰਡਾਰੀ ਜਿਸ ਮੁੱਦੇ ਤੇ ਬ੍ਰੇਕ ਤੋਂ ਪਹਿਲਾਂ ਟੀਨੂ ਜੀ ਕਹਿ ਰਹੇ ਸੀਗੇ, ਉਹ ਕਹਿੰਦੇ ਕਿ ਖੇਤਰੀ ਪਾਰਟੀਆਂ ਦਾ ਜਿੱਥੋਂ ਤੱਕ ਸਵਾਲ ਹੈ, ਮਮਤਾ ਬੈਨਰਜੀ ਦੀ ਜਿੱਤ ਤੋਂ ਬਾਅਦ ਖੇਤਰੀ ਧਿਰਾਂ ਕੌਮੀ ਪੱਧਰ ਤੇ ਇੱਕ ਪਲੇਟਫਾਰਮ ਜਿਹੜਾ ਹੈਗਾ ਬਣਾਉਣ ਜਾ ਰਹੀਆਂ, ਜਿਹਦੇ ਚ ਨਾ ਕਾਂਗਰਸ ਤੇ ਭਾਜਪਾ ਇਹਨਾਂ ਨੂੰ ਛੱਡ ਕੇ, ਬਲਕਿ ਕਹਿੰਦੇ ਸਾਡਾ ਪਹਿਲਾ ਜਿਹੜਾ ਹੈਗਾ ਗੱਠਜੋੜ ਹੋਏਗਾ, ਕੋਈ ਦੂਜਾ ਜਾਂ ਤੀਜਾ ਵੀ ਨਹੀਂ। ਅਗਲੀ ਗੱਲ ਜਿਹੜੀ ਪ੍ਰੋਫੈਸਰ ਮਨਜੀਤ ਸਿੰਘ ਨੇ, ਜਿਸ ਦਾ ਮੁੱਦੇ ਤੇ ਆਪਾਂ ਜਵਾਬ ਚਾਹੁੰਦੇ ਆ, ਜਦੋਂ ਤੁਸੀਂ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਤੇ ਹੋਰ ਨੇਤਾ ਹੋਣਗੇ, ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਬੰਗਾਲੀਆਂ ਨੇ ਕਿਧਰੇ ਜਿਹੜੇ ਬਾਹਰੀ ਨੇਤਾ ਸੀਗੇ ਉਹਨਾਂ ਨੂੰ ਵੀ ਰਿਜੈਕਟ ਕੀਤਾ। ਇਹ ਮੁੱਦਾ ਵੀ ਉੱਥੇ ਉੱਭਰ ਕੇ ਸਾਹਮਣੇ ਆਇਆ, ਜਿਨ੍ਹਾਂ ਕਰਕੇ ਬੰਗਾਲ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਭਾਜਪਾ ਨੂੰ ਸਾਹਮਣਾ ਕਰਨਾ ਪੈ ਰਹੀ ਹੈ। ਜੀ ਪ੍ਰੋਫੈਸਰ ਭੰਡਾਰੀ। ਦੇਖੋ, ਏਦਾਂ ਹੈ ਕਿ ਸਾਡੇ ਮੁਲਕ ਨੇ ਹਰ ਸਫੀਅਰ 'ਚ ਤਰੱਕੀ ਕੀਤੀ ਹੈ। ਡੈਮੋਕ੍ਰੇਸੀ ਦੇ ਵਿੱਚ ਜਿੰਨੀ ਪਰਪੱਕ ਡੈਮੋਕ੍ਰੇਸੀ ਇਸ ਮੁਲਕ 'ਚ ਹੋਣੀ ਚਾਹੀਦੀ ਹੈ, ਉਨੀ ਪਰਪੱਕ ਅਜੇ ਹੋਈ ਨਹੀਂ, ਪਰ ਇੰਪਰੂਵ ਕੀਤਾ। ਬਹੁਤ ਫਰਕ ਪੈ ਗਿਆ, ਬਹੁਤ। ਅੱਜ ਪਾਰਲੀਮੈਂਟ ਇਲੈਕਸ਼ਨ ਔਰ ਅਸੈਂਬਲੀ ਇਲੈਕਸ਼ਨ 'ਚ ਫਰਕ ਲੋਕ ਕੱਢਦੇ ਨੇ। ਅੱਜ ਦੋਨੇ ਇਕੱਠੇ ਕਰਾ ਲਓ, ਤੁਹਾਨੂੰ ਪਰਸੈਂਟੇਜ ਆਫ ਵੋਟ ਪਾਰਲੀਮੈਂਟ 'ਚ ਕਿਸੇ ਤਰ੍ਹਾਂ ਨਜ਼ਰ ਆਏਗੀ, ਪਰਸੈਂਟੇਜ ਵੋਟ ਅਸੈਂਬਲੀ 'ਚ ਕਿਸ ਤਰ੍ਹਾਂ ਆਏਗੀ, ਆਉਣ ਲੱਗ ਗਿਆ, ਫਰਕ ਹੈ। ਲੇਕਿਨ ਉਹ ਜਿਹੜਾ ਹੈ ਨਾ, ਵੀ ਜੇ ਤੁਸੀਂ ਪ੍ਰਸ਼ਨ ਉੱਥੇ ਖੜਾ ਕਰਤਾ ਬੰਗਾਲੀ ਅਸਮਿਤਾ ਦਾ, ਤੇ ਪਾਵਰਟੀ ਦਾ ਇਸ਼ੂ ਥੋੜੀ ਹੋਇਆ, ਅਨਐਮਪਲਾਇਮੈਂਟ ਦਾ ਇਸ਼ੂ ਥੋੜੀ ਹੋਇਆ, ਵਿਕਾਸ ਦਾ ਥੋੜੀ ਇਸ਼ੂ ਹੋਇਆ। ਫਿਰ ਤਾਂ ਰੌਲਾ ਲੋਕਾਂ ਦੇ ਇਮੋਸ਼ਨਸ ਦੇ ਵਿੱਚ ਖਿੱਚ ਕੇ ਲੈ ਲਿਆ। ਠੀਕ ਹੈ, ਇਹ ਰਾਜਨੀਤੀ, ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਅਸੀਂ ਕਹਿੰਦੇ ਨਹੀਂ, ਲੇਕਿਨ ਮੈਂ ਤੁਹਾਨੂੰ ਗੱਲ ਕਰਦਾ ਕਿ ਉਹ ਬਾਹਰੀ ਔਰ ਅੰਦਰ ਵਾਲੀ ਗੱਲ ਕਰਤੀ। ਜੇ ਬਾਹਰੀ ਔਰ ਅੰਦਰ ਵਾਲੀ ਗੱਲ ਸੀ ਤੇ CPM ਵਾਲੇ ਬਾਹਰੀ ਸੀ ਕਿ ਅੰਦਰ ਨਹੀਂ ਸੀ, ਉਹਨਾਂ ਨੂੰ ਕਿਉਂ ਰਿਜੈਕਟ ਕਰਤਾ? ਜਿਹੜੇ ਇਹਨਾਂ ਦੇ ਕਾਂਗਰਸ ਦਾ ਪਾਰਲੀਮੈਂਟ ਦੇ ਵਿੱਚ ਲੀਡਰ ਹੈ, ਆਪਣੇ ਦਿੱਲੀ 'ਚ ਪਾਰਲੀਮੈਂਟ ਦੇ ਵਿੱਚ ਲੀਡਰ ਹੈ ਜਿਹੜਾ, ਉਹ ਵੈਸਟ ਬੰਗਾਲ ਦਾ, ਉਹਨਾਂ ਨੂੰ ਕਿਉਂ ਰਿਜੈਕਟ ਮੀਨਸ ਰਿਜੈਕਟ। ਪ੍ਰੋਫੈਸਰ ਭੰਡਾਰੀ ਸਰ ਤੁਹਾਡੀ ਇਜਾਜ਼ਤ ਨਾਲ ਮੈਂ ਬੀਇੰਗ ਅ ਸਟੂਡੈਂਟ ਸਮਝੋ ਕਿ ਬੈਂਚ ਤੋਂ ਹੱਥ ਖੜਾ ਕਰ ਰਿਹਾ ਪ੍ਰੋਫੈਸਰ ਭੰਡਾਰੀ ਲਈ। ਪ੍ਰੋਫੈਸਰ ਭੰਡਾਰੀ ਜੀ, ਜਿਹੜੀ ਤੁਸੀਂ ਕਾਂਗਰਸ ਦੀ ਜਾਂ CPM ਦੀ ਗੱਲ ਕਰਦੇ ਹੋ, ਭਾਜਪਾ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਕਾਂਗਰਸ ਤੇ CPM ਤਾਂ, ਬਾਕੀ ਛੱਡ ਦਿਓ ਕੇਰਲਾ ਦੀ ਗੱਲ, ਬਾਕੀ ਥਾਵਾਂ ਤੇ ਪਹਿਲਾਂ ਕਿਤੇ ਲੱਭ ਨਹੀਂ ਰਹੀ। ਤੁਸੀਂ ਆਪ ਹੀ ਮੰਨਦੇ ਹੋ, ਭਾਜਪਾ ਆਪ ਹੀ ਮੰਨਦੀ ਹੈ। ਇਸ ਕਰਕੇ ਆਪਾਂ CPM ਦੀ ਤੇ ਕਾਂਗਰਸ ਦਾ ਕੰਪੈਰੀਜ਼ਨ ਮਮਤਾ ਦੇ ਨਾਲ ਨਹੀਂ ਕਰ ਸਕਦੇ ਨਾ। ਨਹੀਂ, ਮੈਂ ਉਹਦਾ ਜਵਾਬ ਨਹੀਂ ਦੇ ਰਿਹਾ ਸਿੱਧੂ ਸਾਹਿਬ। ਮੈਂ ਕਹਿ ਰਿਹਾ ਸੀ ਵੀ ਜਿਹੜਾ ਬਾਹਰੀ ਔਰ ਅੰਦਰਲੀ ਗੱਲ ਇਹਨਾਂ ਨੂੰ ਚਾਹੀਦੀ। ਮੈਂ ਕਿਹਾ ਉਹਨਾਂ ਨੂੰ ਕਿਉਂ ਰਿਜੈਕਟ ਕੀਤਾ? ਬਾਹਰੀ ਸੀਗੇ, ਨਹੀਂ, ਸਾਰੇ ਅੰਦਰਲੇ ਇਕੱਠੇ ਹੋ ਗਏ, ਉਹ ਸਾਰੇ ਐਜ਼ ਬੰਗਾਲੀ। ਪ੍ਰੋਫੈਸਰ ਸਾਹਿਬ ਸੁਣੋ, ਤੁਹਾਡੀ ਗੱਲ ਦਾ ਜਵਾਬ ਆ, ਉਹ ਐਜ਼ ਬੰਗਾਲੀ, ਐਜ਼ ਪਾਰਟੀਆਂ ਤੋਂ ਉੱਪਰ ਉੱਠ ਕੇ, ਪਾਰਟੀਆਂ ਤੋਂ ਉੱਪਰ ਉੱਠ ਕੇ ਐਜ਼ ਬੰਗਾਲੀ ਇਕੱਠੇ ਹੋ ਗਏ ਹੋ। ਤੁਸੀਂ ਸੁਣ ਲਓ ਮੇਰੀ ਕੀ ਤੁਹਾਡੀ ਬੇਨਤੀ ਹੈ, ਉਹ ਐਜ਼ ਬੰਗਾਲੀ ਪਾਰਟੀਆਂ ਛੱਡ ਕੇ ਇਕੱਠੇ ਹੋਏ ਆ ਬਾਹਰੀਆਂ ਦੇ ਵਿਰੁੱਧ। ਚਲੋ ਪ੍ਰੋਫੈਸਰ ਭੰਡਾਰੀ ਜੀ ਦੀ ਗੱਲ ਸੁਣੋ। ਹਾਂਜੀ ਭੰਡਾਰੀ ਸਾਹਿਬ ਬੋਲੋ। ਹਾਂ, ਮੈਂ ਜੋ ਗੱਲ ਕਰ ਰਿਹਾ ਮੈਨੂੰ ਕੰਪਲੀਟ ਕਰਨ ਦਿਓ। ਸੋ ਜਿੱਥੇ ਕਾਂਗਰਸ ਨੇ ਸਭ ਨਾਲੋਂ ਜ਼ਿਆਦਾ ਰਾਜ ਬੰਗਾਲ 'ਚ ਕਾਂਗਰਸ ਨੇ ਕੀਤਾ, ਉਹ ਬਾਹਰੀ ਹੋ ਗਿਆ। 70 ਤੋਂ ਬਾਅਦ ਨਹੀਂ ਕੀਤਾ ਜੀ, 70 ਤੋਂ ਬਾਅਦ ਨਹੀਂ ਕੀਤਾ ਸਰ, ਹਟਣਾ ਹੀ ਨਹੀਂ। ਫਿਰ ਉਸ ਤੋਂ ਬਾਅਦ ਸਭ ਨਾਲੋਂ ਜ਼ਿਆਦਾ ਰਾਜ ਉੱਥੇ ਦੂਜੇ ਨੰਬਰ ਤੇ ਕੀਤਾ ਤੇ CPM ਨੇ ਕੀਤਾ, ਲੈਫਟ ਨੇ ਕੀਤਾ, ਉਹ ਬਾਹਰੀ ਹੋ ਗਏ। ਉਹਨਾਂ ਨੂੰ ਕਿਉਂ 0-0 ਦੇ ਦਿੱਤਾ? ਐਵੇਂ ਗੱਲਾਂ ਮਾਰੀਏ। ਹਾਂ, ਇਹ ਗੱਲ ਸਹੀ ਹੈ ਕਿ
ਬੀਜੇਪੀ ਨੂੰ ਰਿਜੈਕਟ ਕਰਨ ਦਾ ਉਹ ਨਹੀਂ ਹੋਇਆ। ਜੇ ਬੀਜੇਪੀ ਨੂੰ ਰਿਜੈਕਟ ਕਰਨ ਵਾਲਾ ਹੁੰਦਾ ਤੇ ਹਾਲ ਸਾਡਾ ਕਾਂਗਰਸ ਤੇ ਸੀਪੀਐਮ ਵਰਗਾ ਹੁੰਦਾ। ਲੇਕਿਨ ਜ਼ਰੂਰ ਮਮਤਾ ਨੇ ਆਪਣੀ ਜਿੱਤ ਸੁਨਿਸ਼ਚਿਤ ਕੀਤੀ ਹੈ। ਬੰਗਾਲੀ ਅਸਮਿਤਾ ਔਰ ਉਹ ਜਿਹੜੇ ਬੰਗਾਲੀ ਗੀਤ ਗਾਉਣ ਵਾਲੇ ਉੱਥੇ ਵਾਲੀਆਂ ਗੱਲਾਂ 'ਚ ਕੀਤਾ, ਇਹਦੇ 'ਚ ਮੈਂ ਸਹਿਮਤ ਹਾਂ। ਦੂਜੀ ਗੱਲ ਜਿਹੜੀ ਟਿੰਕੂ ਜੀ ਨੇ ਕੀਤੀ ਹੈ ਕਿ ਅਸੀਂ ਇੱਕ ਮਾਈਨਸ ਕਾਂਗਰਸ ਮਾਈਨਸ ਬੀਜੇਪੀ ਇੱਕ ਉੱਥੇ ਖੇਤਰੀ ਪੱਧਰ ਤੇ ਬਣਾਵਾਂਗੇ, ਉਹਨੂੰ ਇਹਦੇ ਬਾਰੇ ਮੈਂ ਕੀ ਕਹਾਂ, ਮਰਤਾ ਕਿਆ ਨਾ ਕਰਤਾ। ਹੁਣ ਇਹਨਾਂ ਕੋ ਚਾਰਾ ਕੀ ਹੈ, ਹੋਰ ਕੀ ਚਾਰਾ, ਠੀਕ ਹੈ। ਪ੍ਰੋਫੈਸਰ ਭੰਡਾਰੀ ਜੀ 20-25 ਸਾਲ ਅਕਾਲੀ ਦਲ ਨਾਲ 9 ਮਾਰਚ ਦਾ ਰਿਸ਼ਤਾ ਰਿਹਾ ਹੈ। ਹੁਣ ਲੱਗਦਾ ਕਿ ਅਕਾਲੀ ਦਲ ਇੰਨਾ ਕਮਜ਼ੋਰ ਪੈ ਗਿਆ ਹੈ? ਨਹੀਂ ਸਿੱਧੂ ਸਾਹਿਬ, ਉਹ ਰਿਸ਼ਤਾ ਰਿਹਾ ਉਹ ਸਹੀ ਸੀਗਾ ਔਰ ਸਾਨੂੰ ਕੋਈ ਉੱਤੇ ਗਿਲਾ ਨਹੀਂ, ਇੱਕ ਪੈਸਾ ਵੀ ਗਿਲਾ ਨਹੀਂ। ਅੱਜ ਵੀ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਕਰਦੇ ਹਾਂ। ਆਈ ਐਮ ਵਨ ਆਫ ਹਿਸ ਫੈਨਸ। ਮੈਂ 20 ਵਾਰੀ 36 ਚੈਨਲਾਂ ਤੇ ਇਹ ਗੱਲ ਕਹੀ ਹੈ। ਉਹ ਅਲੱਗ ਚੀਜ਼ ਹੈ। ਇਹ ਹੁਣ ਦੀ ਗੱਲ ਕਰ ਰਹੇ ਹੈ ਕਿ ਮਹਾਰਾਜ ਅਸੀਂ ਨੈਸ਼ਨਲ ਲੈਵਲ ਤੇ ਆ ਕਰਾਂਗੇ। ਬਈ ਆਪਣੇ ਕੋਲ ਹੋਰ ਕਰਨ ਨੂੰ ਹੈ ਕੀ? ਤੁਸੀਂ ਆਪਣੇ ਆਪ ਨੂੰ ਆਪ ਹੀ ਆਈਸੋਲੇਟ ਕਰ ਲਿਆ। ਤੁਸੀਂ ਐਨਡੀਏ ਚੋਂ ਬਾਹਰ ਆ ਗਏ ਕਿਉਂਕਿ ਤੁਹਾਡਾ ਪੋਲਿਟਿਕਸ ਪੰਜਾਬ ਤੋਂ ਬਾਹਰ ਹੈ ਨਹੀਂ। ਤੁਹਾਡਾ ਪੋਲਿਟਿਕਸ ਤੁਸੀਂ ਬਾਰ-ਬਾਰ ਕਹਿੰਦੇ ਆ ਅਸੀਂ ਫਲਾਨਿਆਂ ਦੀ ਪਾਰਟੀ, ਅਸੀਂ ਫਲਾਨਿਆਂ ਦੀ ਪਾਰਟੀ। ਪਰ ਇੱਕ ਗੱਲ ਤੇ ਸਿੱਧੂ ਸਾਹਿਬ ਮੈਨੂੰ ਦੱਸ ਦਿਓ ਅੱਧਾ ਮਿੰਟ, ਇਹ ਜਦ ਕਹਿੰਦੇ ਆ ਨਾ ਵੀ ਇਹ ਕਮਿਊਨਲ ਫੋਰਸਿਸ ਹੈ ਤੇ ਟਿੰਕੂ ਜੀ ਨੂੰ ਕਹਿ ਦਿਓ ਕਿ ਅਕਾਲੀ ਕਾਹਦੇ ਸੈਕੂਲਰ ਹੋਏ। ਔਰ ਬਾਰ-ਬਾਰ ਉਹ ਕਹਿੰਦੇ ਅਸੀਂ ਫਲਾਨਿਆਂ ਦੀ ਪਾਰਟੀ, ਅਸੀਂ ਫਲਾਨਿਆਂ ਦੀ ਪਾਰਟੀ। ਐਟਲੀਸਟ ਬੋਲੋ ਤਾਂ ਸਹੀ, ਤੁਹਾਡੇ ਮੂੰਹ ਤੋਂ ਇਹ ਗੱਲ ਨਹੀਂ ਸਕਦੀ ਕਮਿਊਨਲ ਨਹੀਂ। ਮੈਂ ਤਾਂ ਯਾਰ ਇੱਕ ਕੁਛ ਕਹਿੰਦੇ ਆ ਕਿ ਪ੍ਰੋਟੋਕਾਲਸ ਹੁੰਦੇ ਨੇ, ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਿ ਉਹਨਾਂ ਕੁ ਮੈਂ ਜ਼ਰੂਰ ਛੱਡਾਂਗਾ। ਲੇਕਿਨ ਇੱਥੇ ਚੈਨਲਾਂ ਤੇ ਕਹਿੰਦੇ ਮੇਰੇ ਸਾਹਮਣੇ ਗਏ ਲੋਕ ਤੇ ਤੁਸੀਂ ਨਾ ਐਟਲੀਸਟ ਕਹੋ ਕਮਿਊਨਲ ਹੋਰ ਕੋਈ ਸਾਨੂੰ ਕਮਿਊਨਲ ਕਹਿ ਲਵੇ, ਅਸੀਂ ਸ਼ਾਇਦ ਉਹਨਾਂ ਦੀ ਸੁਣ ਲਈਏ। ਲੋ ਹੁਣ ਪ੍ਰੋਫੈਸਰ ਭੰਡਾਰੀ ਜੀ ਤੁਹਾਡਾ ਅੱਧਾ ਮਿੰਟ ਵੀ ਹੋ ਗਿਆ, ਕੰਪਲੀਟ ਹੋ ਗਿਆ। ਥੈਂਕ ਯੂ ਵੈਰੀ ਮਚ। ਆਪਾਂ ਟੀਨੂ ਜੀ ਤੋਂ ਜਵਾਬ ਲੈ ਲਈ। ਟੀਨੂ ਜੀ, ਤੁਹਾਡੇ ਬਾਰੇ ਤੁਸੀਂ ਸੁਣਿਆ ਹੀ ਹੈ, ਪ੍ਰੋਫੈਸਰ ਭੰਡਾਰੀ ਨੇ ਕਿਹਾ ਕਿ ਕਹਿੰਦੇ ਯਾਰ ਘੱਟੋ ਘੱਟ ਅਕਾਲੀ ਦਲ ਤਾਂ ਨਾ ਸਾਨੂੰ ਕਮਿਊਨਲ ਕਹੇ, ਤੁਸੀਂ ਆਪਣੀ ਪੀੜੀ ਹੇਠਾਂ ਸੋਟਾ ਫੇਰੋ। ਕਹਿੰਦੇ ਬਾਦਲ ਸਾਹਿਬ ਵੱਡਿਆਂ ਦਾ ਅੱਜ ਵੀ ਅਸੀਂ ਰਿਗਾਰਡ ਕਰਦੇ ਹਾਂ, ਪਰ ਬਾਕੀ ਅਕਾਲੀ ਦਲ ਦੇ ਪੱਲੇ ਹੁਣ ਆਪ ਦੇਖ ਲਓ ਕੀ ਹੈ। ਇਸ ਕਰਕੇ ਬਾਹਰ ਅੰਦਰ ਕਿੱਥੇ ਝਾਤ ਰਿਹਾ ਅਕਾਲੀ ਦਲ। ਅਸੀਂ ਵੀ ਸਾਰੇ ਪੰਜਾਬੀ ਅਟਲ ਬਿਹਾਰੀ ਵਾਜਪਾਈ ਦਾ ਤੇ LK ਅਡਵਾਨੀ ਦਾ ਸਤਿਕਾਰ ਕਰਦੇ ਹਾਂ, ਕਿਉਂਕਿ ਉਹ ਸਾਰੇ ਹੀ ਸੂਬਿਆਂ ਨੂੰ, ਸਾਰੇ ਧਰਮਾਂ ਨੂੰ, ਸਾਰੇ ਸੈਕਸ਼ਨਸ ਨੂੰ ਐਜ਼ ਇੰਡੀਅਨ ਦੇਖਦੇ ਸੀ। ਦੂਜਾ, ਸ਼੍ਰੋਮਣੀ ਅਕਾਲੀ ਦਲ ਸਰਬੱਤ ਦੇ ਭਲੇ ਦਾ ਫਲਸਫਾ ਲੈ ਕੇ ਚੱਲਦੀ ਹੈ। ਮੇਰਾ ਖਿਆਲ ਭੰਡਾਰੀ ਸਾਹਿਬ ਬੜੀ ਦੇਰ ਅਕਾਲੀਆਂ ਦੇ ਨਾਲ ਰਹੇ, ਪਰ ਇਹਨਾਂ ਨੂੰ ਮੇਰਾ ਖਿਆਲ ਸਮਝ ਨਹੀਂ ਆਈ ਵੀ ਜੇ ਅਕਾਲੀ ਕਹਿੰਦੇ ਆ ਨਾ ਵੀ ਅਸੀਂ ਸਰਬੱਤ ਦੇ ਭਲੇ ਵਾਲੇ ਹਾਂ, ਅਸੀਂ ਤਾਂ ਸਿੱਖ ਹਾਂ, ਤਾਂ ਉਹਦੇ ਵਿੱਚ ਕਮਿਊਨਲ ਵਾਲੀ ਕੋਈ ਗੱਲ ਨਹੀਂ। ਅੱਜ ਵੀ ਤੁਸੀਂ ਦੇਖ ਲਓ ਸਿੱਖ ਇਸ ਪੈਂਡੈਮਿਕ ਵਿੱਚ ਵੀ, ਮਹਾਮਾਰੀ 'ਚ ਵੀ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ, ਅੱਜ ਕਿੱਦਾਂ ਅੱਗੇ ਹੋ ਕੇ ਜਾਨ ਦੀ ਬਾਜੀ ਲਾ ਕੇ ਅੱਜ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਆ ਪੂਰੇ ਦੁਨੀਆ 'ਚ। ਉਹ ਅੰਦਰ ਨਹੀਂ ਲੁਕੇ। ਇਸ ਕਰਕੇ ਤੁਸੀਂ ਵੀ ਥੋੜਾ ਜਿਹਾ ਸਮਝੋ। ਤੁਸੀਂ ਜਿਹੜਾ ਸਾਰਿਆਂ ਦੇ ਉੱਤੇ ਇੱਕ ਕੂਚੀ ਫੇਰਨ ਦੀ, ਦੂਜੀਆਂ ਬੋਲੀਆਂ ਖਤਮ ਕਰਨੀਆਂ, ਦੂਜਿਆਂ ਦਾ ਸਾਰਾ ਪਹਿਚਾਣ ਖਤਮ ਕਰਨੀ ਹੈ, ਉਧਰ ਨੂੰ ਜਰਾ ਵਿਚਾਰ ਕਰਨ ਦੀ ਲੋੜ ਆ। ਅਸੀਂ ਵੀ ਵਾਜਪਾਈ ਜੀ ਦੀ ਬੜੀ ਸਤਿਕਾਰ ਕਰਦੇ ਹਾਂ। ਅੱਜ ਦੀ ਬੀਜੇਪੀ, ਅੱਜ ਦੀ ਨਰਿੰਦਰ ਮੋਦੀ ਦੀ ਬੀਜੇਪੀ, ਅੱਜ ਦੀ ਅਮਿਤ ਸ਼ਾਹ ਦੀ ਜਿਹੜੀ ਬੀਜੇਪੀ ਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਅੱਜ ਤੁਸੀਂ ਹੈਂਕੜਬਾਜ਼ੀ ਨਾਲ ਕਿਸਾਨਾਂ ਦੇ ਬਿੱਲ ਬਣਾਤੇ, ਅੱਜ ਉਹਨਾਂ ਨੂੰ ਰੋਲ ਦਿੱਤਾ ਫੜ ਕੇ। ਕਿੰਨਾ 400-500 ਕਿਸਾਨ ਇਹ ਦੁਨੀਆ ਛੱਡ ਗਿਆ, ਸ਼ਹੀਦ ਹੋ ਗਿਆ। ਤੁਸੀਂ ਦੇਖਣ ਨੂੰ ਤਿਆਰ ਨਹੀਂ ਉਹਨਾਂ ਨੂੰ। ਤੁਹਾਡੇ ਪ੍ਰਧਾਨ ਮੰਤਰੀ, ਹੋਮ ਮਿਨਿਸਟਰ ਉੱਥੇ ਦੇਖਣ ਤੱਕ ਨਹੀਂ ਆਏ। ਕਾਸ਼ ਅਟਲ ਬਿਹਾਰੀ ਵਾਜਪਾਈ, LK ਅਡਵਾਨੀ ਵਰਗੇ ਪ੍ਰਧਾਨ ਮੰਤਰੀ ਹੁੰਦੇ, ਅੱਜ ਇਹ ਹਾਲਾਤ ਨਾ ਕਦੀ ਵੀ ਹੁੰਦੇ ਕਿਸਾਨਾਂ ਦੇ ਨਾਲ। ਇਸ ਕਰਕੇ ਤੁਸੀਂ ਵੀ ਨਾ ਭੰਡਾਰੀ ਜੀ, ਮੇਰਾ ਖਿਆਲ ਚੁਣ ਕੇ ਨਹੀਂ ਆਏ ਹਲੇ ਇਹ ਵਿਧਾਨ ਸਭਾ 'ਚ। ਜਦੋਂ ਵੋਟਰਾਂ ਵੱਲ ਨੂੰ ਜਾਓਗੇ ਨਾ ਗਲੀਆਂ 'ਚ,
ਜਦੋਂ ਗਲੀਆਂ 'ਚ ਜਾਣਾ ਪਊਗਾ, ਲੋਕਾਂ ਦੇ ਦੁੱਖ ਤਕਲੀਫਾਂ ਦੇਖਣੀਆਂ ਪੈਣਗੀਆਂ, ਫਿਰ ਭੰਡਾਰੀ ਸਾਹਿਬ ਪਤਾ ਲੱਗਦਾ ਆ ਵੀ ਦੁਨੀਆ ਕਿਹੜੇ ਹਾਲਾਤਾਂ 'ਚ ਰਹਿੰਦੀ। ਅੱਜ ਤਾਂ ਬੀਜੇਪੀ ਕੋਲ ਓਕੇ ਬੜੇ ਸਾਧਨ ਹੈ। ਅੱਜ ਤਾਂ ਤੁਸੀਂ 100-150 ਹੈਲੀਕਾਪਟਰ ਜਹਾਜ਼ ਲਿਜਾ ਕੇ ਧਾੜਵੀ ਬਣ ਕੇ ਅੱਜ ਤੁਸੀਂ ਬੰਗਾਲੀਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ, ਉੱਥੋਂ ਜਵਾਬ ਲੈ ਲਿਆ ਤੁਸੀਂ। ਮੂੰਹ ਦੀ ਖਾਣੀ ਪਈ ਤੁਹਾਨੂੰ। ਇਹ ਮੂੰਹ ਦੀ ਖਾਣੀ ਇਸ ਕਰਕੇ ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਅੱਜ ਬੰਗਾਲੀਆਂ ਨੇ ਤੁਹਾਡੇ ਤੇ ਮੋਹਰ ਲਾਈ ਆ ਵੀ ਤੁਸੀਂ ਕਮਿਊਨਲ ਆ, ਤੁਸੀਂ ਬਾਕੀ ਲੈਂਗੁਏਜ ਬੰਦ ਕਰਨਾ ਚਾਹੁੰਦੇ ਆ, ਬਾਕੀਆਂ ਦਾ ਸੱਭਿਆਚਾਰ ਤੁਸੀਂ ਰੋਲਣਾ ਚਾਹੁੰਦੇ ਆ। ਤੁਹਾਨੂੰ ਜਵਾਬ ਮਿਲ ਗਿਆ ਆ। ਇਸ ਕਰਕੇ ਜੀ ਆਪਣੀ ਗੱਲ ਆ ਗਈ। ਪ੍ਰੋਫੈਸਰ ਸਾਹਿਬ ਨੂੰ ਇੱਕ ਹੋਰ ਨਹੀਂ, ਮਨਜੀਤ ਸਿੰਘ ਜੀ ਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ। ਜੇ TMC ਜਿੱਤੀ ਹੈ ਨਾ, ਆਪਣੇ ਮਮਤਾ ਬੈਨਰਜੀ ਤੀਜੀ ਵਾਰੀ ਜਿੱਤੀ ਆ। ਪਹਿਲੀ ਵਾਰੀ ਤਾਂ ਆਪਾਂ ਮੰਨ ਲੈਨੇ ਵੀ ਚਲੋ ਇੱਕ ਇਸ਼ੂ ਤੇ ਜਿੱਤ ਗਈ ਆ। ਜਿੱਤਣ ਦੇ ਮੁੱਖ ਤੌਰ ਤੇ 2-3 ਕਾਰਨ ਆ ਉਹਦੇ। ਦੇਖੋ ਉਹਦੀਆਂ ਸਕੀਮਾਂ, ਗਰੀਬਾਂ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਉਹਨੇ ਜਿਹੜੀ ਸਕੀਮ ਬਣਾਈ ਆ, ਉਹਦੀ ਚਰਚਾ ਹੋਈ ਘਰ ਘਰ। ਉੱਥੇ ਔਰਤਾਂ ਦੀ ਵੈਲਫੇਅਰ ਲਈ, ਉਹਨਾਂ ਦੀ ਇੰਪਲਾਇਮੈਂਟ ਲਈ ਉਹਨੇ ਜਿਹੜੀ ਸਕੀਮ ਚਲਾਈ ਆ ਦੀਦੀ ਨੇ, ਉਹਦਾ ਫਾਇਦਾ ਮਿਲਿਆ ਉਹਨੂੰ। ਔਰ ਰੇਲਵੇ ਮਿਨਿਸਟਰ ਰਹਿੰਦਿਆਂ ਉਹਨੇ ਰੇਲਵੇ ਦੀਆਂ ਬਹੁਤ ਸਾਰੀਆਂ ਸਕੀਮਾਂ, ਉਹਦੇ ਫਾਇਦੇ ਜਿਹੜੇ ਆ ਉੱਥੇ ਇੰਪਲਾਇਮੈਂਟ ਦੇ ਤੌਰ ਤੇ ਬੰਗਾਲੀਆਂ ਨੂੰ ਦਿੱਤੇ ਆ। ਐਵੇਂ ਨਹੀਂ ਤੀਜੀ ਵਾਰੀ ਹੈਟ੍ਰਿਕ ਐਵੇਂ ਨਹੀਂ ਹੋ ਗਈ ਵੀ ਤੁਸੀਂ ਕਹਿ ਦਿਓ ਕਿ ਓਕੇ ਸਰ, ਤੁਹਾਡੀ ਗੱਲ ਆ ਗਈ। ਉਹਨੇ ਥੈਂਕ ਯੂ। ਕੰਮ ਵੀ ਕੀਤੇ ਆ, ਉਹਨੇ ਵਿਕਾਸ ਦੇ ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਪ੍ਰੋਫੈਸਰ ਮਨਜੀਤ ਸਿੰਘ ਜੀ, ਮੈਂ ਤੁਹਾਡੇ ਵੱਲ ਆਣਾ। ਪਹਿਲਾਂ ਪ੍ਰੋਫੈਸਰ ਭੰਡਾਰੀ ਤੋਂ ਛੋਟਾ ਜਿਹਾ ਜਵਾਬ ਲੈ ਲਈਏ। ਪ੍ਰੋਫੈਸਰ ਭੰਡਾਰੀ, ਟੀਨੂ ਜੀ ਨੇ ਕਿਹਾ ਕਿ ਬੰਗਾਲ 'ਚ ਭਾਜਪਾ ਧਾੜਵੀ ਬਣ ਕੇ ਗਈ ਤੇ ਉਹ ਕਹਿੰਦੇ ਤੁਸੀਂ ਸਾਨੂੰ ਨਾ ਕਮਿਊਨਲ ਕਹੋ, ਕਮਿਊਨਲ ਫੋਰਸਸ ਤੁਸੀਂ ਹੋ ਜਿਹੜੀਆਂ ਪਛਾਵਾਂ ਤੇ ਕੁਚੀ ਫੇਰਨਾ ਚਾਹੁੰਦੇ ਹੋ, ਜਿਹੜੀਆਂ ਤੁਸੀਂ ਵੰਨ ਸੁਵੰਨਤਾ ਤੇ ਕੁਚੀ ਫੇਰਨਾ ਚਾਹੁੰਦੀ ਆ ਭਾਜਪਾ। ਉੱਥੇ ਤਾਂ ਸਾਡੇ ਪ੍ਰਧਾਨ ਮੰਤਰੀ ਵੀ ਬੰਗਾਲੀ ਚ ਬੋਲਦੇ ਰਹੇ ਵਿੱਚੋਂ ਹੈ। ਅੱਛਾ, ਫਿਰ ਉੱਥੇ ਸਾਡੀ ਸਾਰੀ ਕੰਪੇਨ ਬੰਗਾਲੀ ਚ ਸੀ। ਤੇ ਨੰਬਰ 2 ਤਾਂ ਚਲੋ ਛੱਡੋ, ਮੈਂ ਕਿਉਂ ਐਕਸਪਲੇਨੇਸ਼ਨ ਦੇ ਰਹੀ ਹੈ। ਅਸੀਂ ਜੋ ਭਾਸ਼ਾਵਾਂ ਦਾ ਜਿੱਥੇ ਕਰ ਰਹੇ ਆ, ਮੈਂ ਵੀ ਬੈਠਾ ਇੱਥੇ, ਮੈਂ ਕਿਹੜਾ ਹਿੰਦੀ ਬੋਲਦਾ ਪਿਆ ਜਾਂ ਮੇਰੇ ਪਿੱਛੇ ਜਿਹੜਾ ਲਿਖਿਆ ਹੈ ਜੇ BJP ਦੀ ਭਾਜਪਾ ਲਿਖਿਆ ਤਾਂ ਪੰਜਾਬੀ ਚ ਵੀ ਭਾਜਪਾ ਹੈਗਾ। ਇਹ ਤਾਂ ਐਵੇਂ ਹੁਣ ਗੱਲ ਪਤਾ ਕੀ ਹੈ, ਉਹ ਹੁਣ ਕੋਈ ਲੌਜਿਕ ਰੀਜ਼ਨਿੰਗ ਹੁੰਦੀ ਨਹੀਂ। ਉਹ ਉਹਨਾਂ ਨੇ ਆਪਣੀ ਰੀਜਨਲ ਪਾਰਟੀ ਦੇ ਨਾਤੇ ਉਹਨਾਂ ਨੇ ਪੰਜਾਬ ਦੇ ਵਿੱਚ ਇਹੋ ਜਿਹੀ ਗੱਲ ਕਰਨੀ ਹੈ, ਉੱਥੇ ਪੁਰਾਣੀਆਂ ਭਾਸ਼ਾਵਾਂ ਨੂੰ ਰੋਕਿਆ ਜਾ ਰਿਹਾ, ਫੈਡਰਲਿਜ਼ਮ ਨੂੰ ਖਤਮ ਕੀਤਾ ਜਾ ਰਿਹਾ, ਉਹ ਕੀਤਾ ਜਾ ਰਿਹਾ। ਜਦ ਕਿ ਪਤਾ ਨਹੀਂ ਫੈਡਰਲਿਜ਼ਮ ਔਰ ਰੀਜਨਲਿਜ਼ਮ 'ਚ ਕਿੰਨਾ ਫਰਕ ਹੁੰਦਾ, ਇਹ ਵੀ ਨਹੀਂ ਪਤਾ। ਚਲੋ ਐਨੀਵੇ, ਮੈਂ ਨਹੀਂ ਉਹ ਚੱਕਰ ਕਰਨਾ ਚਾਹੁੰਦਾ। ਮੇਰਾ ਸਿਰਫ ਇਹ ਕਹਿਣਾ ਹੈ ਕਿ ਇਹ ਸਾਰੇ ਲੇਮ ਐਕਸਕਿਊਜ਼ਸ ਹੈ ਕੁੱਲ ਮਿਲਾ ਕੇ। ਦੇਖੋ ਨਾ, ਸੋ ਇੱਕ ਗੱਲ ਸਿਰਫ ਦੇਖੋ, ਅਕਾਲੀ ਦਲ ਨੂੰ ਕਿਉਂ ਸੋਟਾ ਵਿੱਚ ਮਾਰਨਾ ਚਾਹੀਦਾ ਆਪਣੇ ਥੱਲੇ ਕਿ ਤੁਹਾਡਾ ਯਾਰ ਕੱਲ ਦੀ ਆਪ ਆਈ ਉਹ ਲੀਡਰ ਆਫ ਓਪੋਜੀਸ਼ਨ ਲੈ ਗਈ। ਤੁਸੀਂ ਤਾਂ ਲੀਡਰ ਆਫ ਓਪੋਜੀਸ਼ਨ ਨਾ ਬਣੇ। ਇਸ ਵੇਲੇ ਜੋ ਸਥਿਤੀ ਹੈ ਤੁਹਾਡੀ ਪੰਜਾਬ ਦੇ ਵਿੱਚ, ਤੁਸੀਂ ਤੁਹਾਡੇ ਕਰਕੇ ਸਾਡਾ ਨੁਕਸਾਨ ਹੋਇਆ, ਤੁਹਾਡੇ ਕਰਕੇ ਯਾਰ। ਹੁਣ ਤਾਂ ਚਲੇ ਗਏ ਸਾਡੇ ਤੋਂ, ਉਹ ਸਾਰੇ ਹੁਣ ਤਾਂ ਚਲੇ ਗਏ। ਹੁਣ ਕਰ ਲਓ ਸਹੀ। ਤਾਂ ਹੀ ਲੋਕੀ ਨੰਗੇ ਕਰ ਰਹੇ ਆ। ਕਾਹਦੇ ਸਾਨੂੰ ਨੰਗੇ ਕਰਨਾ? ਕਿੱਦਾਂ ਕੀਤਾ ਜੀ? ਦੱਸੋ ਦੱਸੋ। 2 ਸੀਟਾਂ ਸਿਰਫ ਤੁਹਾਡੀਆਂ। ਕਿੱਥੇ? ਵਿਧਾਨ ਸਭਾ ਪੰਜਾਬ 'ਚ ਤੁਹਾਡੀਆਂ। ਪੰਜਾਬ 'ਚ ਹੋਰ ਕਿੱਥੇ? ਪੰਜਾਬ 'ਚ ਅਸੀਂ ਕਦੀ ਤੁਹਾਡੇ ਕਰਕੇ, ਅਸੀਂ ਤਾਂ ਤੁਹਾਡੇ ਕਰਕੇ ਨੁਕਸਾਨ ਖਾਦਾ। ਪੰਜਾਬ 'ਚ ਅਸੀਂ ਕਿੰਨੀਆਂ ਲਿੱਤੀਆਂ। ਬਾਦਲ ਸਾਹਿਬ ਨੇ BJP ਨਾਲ ਇਸ ਕਰਕੇ ਸਮਝੌਤਾ ਕੀਤਾ ਸੀ ਬਈ ਹਿੰਦੂ ਸਿੱਖ ਦੀ ਏਕਤਾ ਦਾ ਇੱਕ ਮੈਸੇਜ ਆਵੇ, ਸਾਂਝੀਵਾਲਤਾ ਦਾ, ਪਿਆਰ ਦਾ ਮੈਸੇਜ ਆਵੇ। ਪਰ ਤੁਸੀਂ ਨਹੀਂ ਆਪਣਾ ਛੱਡਿਆ ਹੱਥ। ਪਰ ਅੱਜ ਦੀ ਫਿਰ ਤੁਹਾਡੇ ਕੋਲੋਂ ਢੀਂਡਸਾ ਸਾਹਿਬ ਕਿਉਂ ਗਏ? ਤੁਹਾਡੇ ਕੋਲੋਂ ਬ੍ਰਹਮਪੁਰਾ ਸਾਹਿਬ ਕਿਉਂ ਗਏ? ਤੁਹਾਨੂੰ ਪਤਾ, ਤੁਹਾਨੂੰ ਜ਼ਿਆਦਾ ਪਤਾ। ਉਹਨਾਂ ਨੂੰ ਪੁੱਛੋ ਜਾ ਕੇ, ਉਹਨਾਂ ਨੂੰ ਪੁੱਛੋ। ਉਹ ਤੁਹਾਡੇ ਡੋਮੈਸਟਿਕ ਪੋਲਿਟਿਕਸ ਤੋਂ ਗਏ ਕਿ ਜ਼ਿਆਦਾ ਇੱਕ ਪਾਸੇ ਚਲੀ ਗਈ। ਪ੍ਰੋਫੈਸਰ ਭੰਡਾਰੀ ਜੀ, ਜੀ ਪ੍ਰੋਫੈਸਰ ਭੰਡਾਰੀ ਜੀ, ਦਿੱਲੀ ਬੁਲਾ ਉਹਨਾਂ ਨੂੰ ਅਵਾਰਡ ਦਿੱਤੇ। ਓਕੇ ਓਕੇ, ਇੱਕ ਪ੍ਰੋਫੈਸਰ ਭੰਡਾਰੀ, ਤੁਹਾਨੂੰ ਜ਼ਿਆਦਾ ਪਤਾ ਉਹਨਾਂ ਬਾਰੇ। ਹਾਂਜੀ ਹਾਂਜੀ ਜੀ ਟੀਨੂ ਸਾਹਿਬ। ਭੰਡਾਰੀ ਸਾਹਿਬ, ਮੈਂ ਸਮਾਂ ਵੀ ਨਹੀਂ ਹੈ, ਮੈਂ ਪ੍ਰੋਫੈਸਰ ਤੋਂ ਜਵਾਬ ਲੈਣਾ, ਪਰ ਤੁਹਾਡੇ ਕੋਲ ਇੱਕ ਛੋਟਾ ਜਿਹਾ ਜਵਾਬ ਹੋਰ ਚਾਹੁੰਦਾ ਹੈ। ਟੀਨੂ ਜੀ ਨੇ ਵੀ ਜਿਹੜੀ ਗੱਲ ਕਹੀ ਆ, ਪ੍ਰੋਫੈਸਰ ਮਨਜੀਤ ਸਿੰਘ ਨਾਲ ਨੇ, ਉਹਨੇ ਕਿਹਾ ਕਿ ਕਿਸਾਨੀ ਦਾ ਮੁੱਦਾ ਵੀ ਇੱਕ ਮੁੱਦਾ ਹੈਗਾ ਬੰਗਾਲ 'ਚ, ਚਾਹੇ ਘੱਟ ਅਸਰ ਪਿਆ ਜਾਂ ਵੱਧ ਪਿਆ। ਅਕਾਲੀ ਦਲ ਦੇ ਲਈ ਜਿੱਦਾਂ ਦੀ ਗੱਲ ਕੀਤੀ ਉਹਨਾਂ ਨੇ, ਔਰ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਗੱਲ ਕੀਤੀ, ਉਹ ਕਹਿੰਦੇ ਕਿਸਾਨੀ ਨੇ ਵੀ ਪ੍ਰਭਾਵਿਤ ਕੀਤਾ ਇਹਨਾਂ ਚੋਣਾਂ ਨੂੰ, ਤੇ ਆਉਣ ਵਾਲੇ ਦਿਨਾਂ 'ਚ ਵੀ ਇੰਪੈਕਟ ਪਏਗਾ ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ। ਇਸ ਮੁੱਦੇ ਤੇ ਸੰਖੇਪ 'ਚ ਪ੍ਰੋਫੈਸਰ ਭੰਡਾਰੀ, ਮੈਂ ਤੁਹਾਡੇ ਤੋਂ ਜਵਾਬ ਜ਼ਰੂਰ ਚਾਹਾਂ। ਦੇਖੋ ਏਦਾਂ ਸਿੱਧੂ ਸਾਹਿਬ, ਇਹਨੂੰ ਕੋਈ ਨਾ ਦਿੱਤਾ ਜਾਵੇ ਕਿਸਾਨਾਂ ਦਾ। ਅਸੀਂ ਕਿਸਾਨਾਂ ਦਾ ਜੋ ਮਸਲੇ ਹੈਗੇ ਨੇ ਉਹ ਸਾਡੇ ਲੋਕ ਨੇ, ਬਾਹਰੋਂ ਆਏ।
ਸਾਡੇ ਲੋਕ ਹੈ, ਸਾਡੇ ਮੈਕਸਿਮਮ ਕਿਸਾਨ ਜਿਹੜੇ ਪਾਰਲੀਮੈਂਟ 'ਚ ਸਾਡੇ ਐਮਪੀਜ਼ ਹੈ, ਔਰ ਮੈਕਸਿਮਮ ਐਮਐਲਏ ਜਿਹੜੇ ਕਿਸਾਨ ਆ ਉਹ ਸਾਡੇ ਨੇ। ਐਸੀ ਕੋਈ ਗੱਲ ਨਹੀਂ ਕਿਸਾਨਾਂ ਬਾਰੇ ਅਸੀਂ ਸੰਵੇਦਨਸ਼ੀਲ ਨਹੀਂ, ਇਹ ਕਿਹਨੇ ਕਹਿਤਾ ਜਾਂ ਸਾਡੇ ਨਾਲ ਕਿਸਾਨ ਨਹੀਂ, ਇਹ ਕੌਣ ਕਹਿੰਦਾ ਹੈਗਾ? ਦੇਖੋ ਇਹ ਨਾ ਕੁਝ ਜਥੇਬੰਦੀਆਂ ਦੇ ਵਿੱਚ ਜਿਹੜੇ ਮੇਨ ਲੀਡਰ ਨੇ ਨਾ, ਬੇਸਿਕਲੀ ਉਹਨਾਂ ਦੀ ਲੈਫਟਿਸਟ ਲੀਨਿੰਗ ਹੈ। ਲੈਫਟਿਸਟ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਮੈਂ ਕਦ ਕਰਨਾ, ਇਹ ਤਾਂ ਉਹਨਾਂ ਦੀ ਵਿਚਾਰਧਾਰਾ ਆਪਣੀ ਰੱਖਣ ਹੋ, ਲੇਕਿਨ ਉਹਨਾਂ ਦੀ ਲੈਫਟਿਸਟ ਲੀਨਿੰਗ ਹੈ ਜਿਹੜੀ ਉਹ ਪਦੈਸ਼ੀ ਕਹਿ ਲਓ, ਵਿਚਾਰਿਕ ਦ੍ਰਿਸ਼ਟੀ ਨਾਲ ਕਹਿ ਲਓ, ਚਲੋ ਪਦਾਸ਼ੀ ਸ਼ਬਦ ਸ਼ਾਇਦ ਉਲਟ ਨਾ ਹੋਵੇ, ਵਿਚਾਰਿਕ ਦ੍ਰਿਸ਼ਟੀ ਨਾਲ ਸਾਡਾ ਉਹਨਾਂ ਨਾਲ ਮੇਲ ਨਹੀਂ ਖਾਂਦਾ। ਇਸ ਕਾਰਨ ਉਹਨਾਂ ਨੂੰ ਨਜ਼ਰ ਆਉਂਦਾ ਹੈਗਾ ਕਿ ਬੀਜੇਪੀ ਇੱਥੇ ਪਹੁੰਚ ਗਈ ਹੈ, ਉਹਨੂੰ ਡੀਸਟੇਬਲਾਈਜ਼ ਕਰੋ। ਇਹ ਸਭ ਕੀਤਾ ਕਰਾਇਆ ਉਹਨਾਂ ਦਾ। ਕਿਸਾਨਾਂ ਦੇ ਜਿਹੜੇ 3 ਕਾਨੂੰਨ ਆ ਉਹਨਾਂ 'ਚ ਕੁਝ ਐਸਾ ਹੈ ਹੀ ਨਹੀਂ ਜਿਹੜਾ ਕਿਸਾਨਾਂ ਦੇ ਵਿਰੁੱਧ ਹੈ। ਓਕੇ, ਇਹਦਾ ਮਤਲਬ ਕੋਈ ਚੇਂਜ ਨਹੀਂ ਹੋਏਗੀ ਜੀ? ਨਹੀਂ ਚੇਂਜ ਤਾਂ ਨਹੀਂ ਕਰਾਂਗੇ। ਬਾਹਰ ਨਿਕਲ ਕੇ ਗੱਲ ਕਰੋ ਜਰਾ। ਤੁਸੀਂ ਰੇਸ ਕੀਤਾ ਕਿਸੇ ਦਾਣਾ ਮੰਡੀ ਜਾ ਕੇ ਗੱਲ ਪਰਿਵਰਤਨ ਅਸੀਂ ਮੰਨੇ ਕਿ ਨਹੀਂ ਮੰਨੇ, ਜਾਂ ਸਬਜ਼ੀ ਮੰਡੀ ਪਰਿਵਰਤਨ ਅਸੀਂ ਮੰਨੇ ਕਿ ਨਹੀਂ ਮੰਨੇ? ਜੀ ਕਿਉਂ ਮੰਨੇ? ਅਰੇ ਆਪਣੇ ਲੋਕ ਹੈ, ਜੇ ਮੰਨ ਲਓ ਸਾਡੇ ਨਾਲ ਸਹਿਮਤ ਨਹੀਂ ਹੈ, ਜੋ ਜਿੱਦਾਂ ਕਹਿੰਦੇ ਉਦਾਂ ਕਰ ਲੈਣ। ਇਹ ਥੋੜੀ ਜਿਹੀ ਜੋ ਉਹੀ ਹੋਣਾ। ਹੁਣ ਸੱਤ ਉਹਨਾਂ ਦੇ ਮੰਨ ਲਏ, ਹੋਰ ਵੀ ਕੁਝ ਮੰਨਾਂਗੇ, ਕਿਉਂ ਨਹੀਂ ਮੰਨਾਂਗੇ? ਸਾਡੇ ਲੋਕ ਹੈ ਉਹ। ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ। ਚੀਫ ਮਿਨਿਸਟਰ ਸਾਹਿਬ ਵਿਊ ਪੁਆਇੰਟ ਆ ਗਿਆ। ਪ੍ਰੋਫੈਸਰ ਮਨਜੀਤ ਸਿੰਘ ਜੀ, 2 ਲਾਈਨਾਂ ਦਾ ਸੰਖੇਪ ਦੇ ਵਿੱਚ ਮੇਰੀ ਮਜਬੂਰੀ ਹੈ, ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਫੈਸਰ ਮਨਜੀਤ ਸਿੰਘ ਜੀ। ਸਿੱਧੂ ਸਾਹਿਬ ਇੱਕ ਮਿੰਟ, ਜਦੋਂ ਕਾਂਗਰਸ ਮੈਂ ਤਿੰਨੂ ਸਾਹਿਬ ਬਿਲਕੁਲ ਤਿੰਨੂ ਸਾਹਿਬ ਤੁਹਾਨੂੰ ਵੀ ਮੌਕਾ ਦਿਆਂਗਾ। ਪ੍ਰੋਫੈਸਰ ਮਨਜੀਤ ਸਿੰਘ ਨੂੰ ਆਪਣੀ ਗੱਲ ਕਹਿ ਲੈਣ ਦਿਓ। ਨਹੀਂ, ਮੇਰਾ ਤੇ ਦੇਖੋ, ਜੋ ਪੱਛਮੀ ਬੰਗਾਲ ਕੀਤਾ ਉਹ ਪੰਜਾਬ 'ਚ ਬੀਜੇਪੀ ਦੀ ਇੱਕੋ ਹੀ ਸੋ ਰਿਹਾ। ਮੈਂ ਇਹਨਾਂ ਨੂੰ ਭੰਡਾਰੀ ਜੀ ਨੂੰ, ਭੰਡਾਰੀ ਜੀ ਪਾਰਟੀ ਆ, ਪਾਰਟੀ ਦੀ ਆਵਾਜ਼ ਕਹਿ ਰਿਹਾ ਮੈਨੂੰ, ਮੈਂ ਬੜੀ ਉਹਨਾਂ ਦੀ ਰਿਗਾਰਡ ਕਰਦਾ ਹਾਂ। ਉਹਦੀ ਕੋਈ ਇਹੋ ਜਿਹੀ ਕੋਈ ਗੱਲ ਮੇਰੀ ਕੋਈ ਨਿੱਜੀ ਨਹੀਂ ਹੈ। ਪਰ ਸਵਾਲ ਇਹ ਹੈ ਕਿ ਇਹ ਬਿਲਕੁਲ ਠੀਕ ਹੈ ਕਿ ਜਿਸ ਤਰ੍ਹਾਂ ਉੱਥੇ ਸ਼ੁਭਿੰਦੂ ਅਧਿਕਾਰੀ ਨੂੰ ਲਿਆ ਕੇ ਉਧਰੋਂ ਤੋੜ ਕੇ ਉਹਨਾਂ ਦਾ ਮੇਨ ਲੀਡਰ ਮਮਤਾ ਦੇ ਵਿਰੁੱਧ ਲੜਾਤਾ, ਹੋਰ 5-7 ਬੰਦੇ ਵੀ ਜਿਹੜੇ ਮੇਨ ਸੀਗੇ ਚੁੱਕ ਕੇ ਤੇ ਇਹਨਾਂ ਨੇ ਆਪਣੀ ਪਾਰਟੀ ਬਣਾ ਲਈ ਦੂਜਿਆਂ 'ਚ ਤੋੜ ਕੇ। ਇੱਥੇ ਵੀ ਉਹੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਜਦੋਂ ਤੁਸੀਂ ਅਵਾਰਡ ਦੇ ਰਹੇ ਆ, ਹੋਰ ਕਰ ਰਹੇ ਆ ਅਕਾਲੀਆਂ 'ਚ ਤੋੜ ਕੇ, ਤੇ ਬਿਲਕੁਲ ਠੀਕ ਕਹਿ ਰਹੇ ਟੀਨੂ ਜੀ ਕਿ ਇੱਥੇ ਵੀ ਭੰਨ ਤੋੜ ਉਸੇ ਕਿਸਮ ਦੀ ਹੈ, ਸਾਰੇ ਪਾਸੇ ਚੱਲੂਗੀ। ਆਉਣ ਵਾਲੀਆਂ ਚੋਣਾਂ 'ਚ ਤੁਸੀਂ ਦੇਖ ਲਿਓ, ਜਦੋਂ ਕਹਿ ਰਹੇ ਆ ਬੀਜੇਪੀ ਜਿੱਥੇ ਲੀਡਰਾਂ ਨੂੰ ਘਰਾਂ ਤੋਂ 117 ਸੀਟਾਂ ਤੇ ਲੜਾਂਗੇ, ਤੇ ਕਿਹੜੇ ਸਾਰੇ ਤੇ ਕਹਿ ਰਹੇ ਆ ਜਾਂ ਤੇ ਕਮਿਊਨਲ ਕਾਰਡ ਖੇਡਣਗੇ, ਜਾਤਾਂ ਦਾ ਕਾਰਡ ਖੇਡਣਗੇ, ਤੇ ਜਾਂ ਸਮਾਂ ਨਹੀਂ ਹੈ। ਥੈਂਕ ਯੂ ਸਰ। ਮੈਂ ਸਾਡੇ ਵੀਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਸ ਨੂੰ ਬੰਦ ਕਰ। ਥੈਂਕ ਯੂ ਟੀਨੂ ਜੀ ਦਾ ਕਮੈਂਟਸ ਲੈ ਲਈਏ। ਟੀਨੂ ਜੀ ਪਲੀਜ਼। ਟੀਨੂ ਜੀ। ਸਿੱਧੂ ਸਾਹਿਬ, ਜਦੋਂ ਨਾ ਕਾਂਗਰਸ 300-350 ਸੀਟਾਂ ਜਿੱਤਦੀ ਸੀ ਪਾਰਲੀਮੈਂਟ ਦੀਆਂ, ਤਾਂ ਉਹੀ ਹੈਂਕੜਬਾਜੀ ਉਦੋਂ ਕਾਂਗਰਸ 'ਚ ਹੁੰਦੀ ਸੀ। ਉਹ ਸੋਚਦੇ ਸੀ ਵੀ ਰਾਜ ਕਰਨਾ ਤਾਂ ਸਾਡਾ ਹੀ ਹੱਕ ਆ, ਸਾਡਾ ਅਧਿਕਾਰ ਆ, ਤੇ ਲੋਕਾਂ ਨੂੰ ਨਾਅਰੇ ਦੇ ਦਿਓ ਵੱਖਰੋ ਵੱਖਰੇ, ਕਦੀ ਗਰੀਬੀ ਦੂਰ ਕਰ ਦਿਆਂਗੇ, ਮਹਿੰਗਾਈ ਦੂਰ ਕਰ ਦਿਆਂਗੇ, ਬੇਰੁਜ਼ਗਾਰੀ ਦੂਰ ਕਰ ਦਿਆਂਗੇ। ਤੇ ਲੋਕਾਂ ਨੇ ਬਹੁਤ ਦੇਰ ਉਹਨਾਂ ਤੇ ਵਿਸ਼ਵਾਸ ਕੀਤਾ, ਉਹ ਕਰ ਨਹੀਂ ਸਕੇ ਕੁਝ ਵੀ। ਹੁਣ ਉਸੇ ਹੀ ਪਦ ਚੰਨਾਂ ਤੇ ਬੀਜੇਪੀ ਚੱਲ ਰਹੀ ਆ। ਲੋਕਾਂ ਨੂੰ ਨਾਅਰੇ ਅਬ ਕੀ ਬਾਰ 200 ਅਕਾਲੀਆਂ ਨੇ ਕੰਮ ਕੀਤਾ ਪੰਜਾਬ 'ਚ। ਜੇ ਤੁਹਾਡੀਆਂ ਨਾ 2-4 ਸੀਟਾਂ ਜਿੱਤਦੀਆਂ ਸੀ, ਉਹ ਤੁਹਾਡੇ ਡਿਪਟੀ ਸੀਐਮ ਕਹਿਣਗੇ ਦਲਿਤ ਬਣਾ ਦਾਂਗੇ, ਸੀਐਮ ਨਹੀਂ ਕਹਿਣਗੇ ਕਦੀ ਵੀ। ਜਦੋਂ ਤੁਸੀਂ ਸਾਡੇ ਨਾਲ ਹੁੰਦੇ ਸੀ ਨਾ, ਤਾਂ ਤੁਸੀਂ ਕਿਸੇ ਦਲਿਤ ਨੂੰ ਡਿਪਟੀ ਸੀਐਮ ਬਣਾਉਣ ਦੀ ਗੱਲ ਨਹੀਂ ਕੀਤੀ ਕਦੀ। ਉਦੋਂ ਤੁਸੀਂ ਵੀ ਆਪਣੀ ਗੱਲ ਕਰਦੇ ਸੀ ਕਿ ਮੈਨੂੰ ਬਣਾ ਦਿਓ, ਉਦੋਂ ਤੁਸੀਂ ਵੀ ਭੰਡਾਰੀ ਨੂੰ ਕਿਸੇ ਦਲਿਤ ਦੀ ਗੱਲ ਨਹੀਂ ਕੀਤੀ। ਤੁਸੀਂ ਕਹਿੰਦੇ ਸੀ ਪ੍ਰੋਫੈਸਰ ਭੰਡਾਰੀ ਨੂੰ ਕੈਬਨਿਟ ਰੈਂਕ ਦੇ ਦਿਓ ਉਦੋਂ। ਇਸ ਕਰਕੇ ਤੁਸੀਂ ਸਾਨੂੰ ਤੁਹਾਡੇ ਬਾਰੇ ਤਾਂ ਸਭ ਨੂੰ ਪਤਾ। ਮੈਂ ਹੁਣ ਆਪਣੀ ਗੱਲ ਇਹ ਕਹਿ ਰਿਹਾ, ਤੁਸੀਂ ਬੀਜੇਪੀ ਦਾ ਥੱਲਿਓਂ ਸਾਰਾ ਹਿੱਲ ਗਿਆ। ਤੁਹਾਡਾ ਕੀ ਕੀਤਾ? ਸੋਮ ਪ੍ਰਕਾਸ਼ ਅੱਜ ਆਪਣੇ ਫਗਵਾੜੇ ਨਹੀਂ ਆ ਸਕਦੇ, ਅੱਜ ਆਪਣੇ ਸ਼ਹਿਰ 'ਚ ਨਹੀਂ ਵਿਚਾਰੇ। ਅਰੇ ਯਾਰ ਦਲਿਤ ਹੈ ਸਿੱਧੂ ਸਾਹਿਬ, ਉਹ ਪਛਤਾ ਸਿੱਧੂ ਸਾਹਿਬ ਮੈਂ ਨਿੱਕੀ ਜੀ ਟੀਨੂ ਸਾਹਿਬ ਨੂੰ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਜ਼ਰੂਰ ਕਰਨੀ ਹੈ। ਇਹਨਾਂ ਨੇ ਕਈ ਵਾਰੀ 2-3 ਵਾਰੀ ਗੱਲ ਕਹੀ ਕਿ ਜੇ LK ਅਡਵਾਨੀ ਵਰਗੇ ਜਾਂ ਜਿਹੜੇ ਪਹਿਲੇ ਇਹਨਾਂ ਦੇ ਪ੍ਰਧਾਨ ਮੰਤਰੀ ਸੀਗੇ, ਉਹ ਹਾਂਜੀ ਉਹਨਾਂ ਵਰਗੇ ਬੰਦੇ ਹੁੰਦੇ ਤੇ ਸਾਨੂੰ ਕੋਈ ਦਿੱਕਤ ਨਹੀਂ ਸੀਗੀ। ਮੈਨੂੰ ਲੱਗਦਾ ਦੇਖੋ ਇਹ ਆਈਡੀਓਲੋਜੀਕਲ ਹੈ, ਸੌਫਟ ਹਿੰਦੂਤਵਾ ਤੇ ਹਾਰਡ ਹਿੰਦੂਤਵਾ ਦਾ ਫਰਕ ਪਾਉਣਾ ਬੰਦ ਕਰੋ। ਹਿੰਦੂਤਵਾ ਥੋੜਾ ਜਿਹਾ ਤੁਸੀਂ ਜ਼ਰੂਰ ਕਰਿਓ।
ਹਾਂਜੀ ਲੰਮੀ ਬਹਿਸ ਦਾ ਮੁੱਦਾ ਹੈ। ਸਰ ਥੈਂਕ ਯੂ ਵੈਰੀ ਮਚ। ਟਿਨੂ ਜੀ ਸਮਾਂ ਇਜਾਜ਼ਤ ਨਹੀਂ ਕਰਿਆ, ਤੁਸੀਂ ਗੱਲ ਕਰ ਰਹੀ ਪ੍ਰੋਫੈਸਰ ਭੰਡਾਰੀ ਜੀ, ਪ੍ਰੋਫੈਸਰ ਮਨਜੀਤ ਸਿੰਘ, ਤਿੰਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਕੌਮੀ ਪੱਧਰ ਤੇ ਜਿਹੜੇ ਚੋਣਾਂ ਦੇ ਨਤੀਜੇ ਆਏ ਹੈ, ਕੀ ਕੌਮੀ ਪੱਧਰ ਤੇ ਜਿਹੜੇ ਰਾਜਾਂ ਦੇ ਨਤੀਜੇ ਹੈ ਉਹ ਦੇਸ਼ ਦੀ ਰਾਜਨੀਤੀ ਨੂੰ ਕਰਨਗੇ ਪ੍ਰਭਾਵਿਤ? ਸਾਡੇ ਮਹਿਮਾਨਾਂ ਦੀ ਵੱਖਰੋ ਵੱਖਰੀ ਰਹਿ, ਵੱਖਰੋ ਵੱਖਰਾ ਨਜ਼ਰੀਆ ਹੋ ਸਕਦਾ ਹੈ, ਪਰ ਦੇਸ਼ ਦੀ ਰਾਜਨੀਤੀ ਅੰਦਰ ਇਹਨਾਂ ਚੋਣਾਂ ਨਤੀਜਿਆਂ ਨੇ ਇੱਕ ਹਲਚਲ ਜ਼ਰੂਰ ਮਚਾਈ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਮੁੜ ਤੁਹਾਡੇ ਸਾਰਿਆਂ ਵੱਲੋਂ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗਾ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।